ਸ਼ਲੋਕ ਮਹਿਲਾ ਪੰਜਵਾਂ। ਸਤਿਗੁਰ ਪੂਰੈ ਸੇਵਿਐ ਦੁੱਖਾਂ ਕਾ ਹੋਇ ਨਾਸ। ਇਹਨੂੰ ਦੁੱਖਾਂ ਨਹੀਂ ਪੜਨਾ, ਦੁੱਖਾਂ, ਕਿਉਂਕਿ ਜਦੋਂ ਕਿਸੇ ਸ਼ਬਦ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਜਾਂਦਾ ਤਾਂ ਉਸ ਦਾ ਉਚਾਰਨ ਨਾਸ ਕੀ ਹੋਏਗਾ। ਸਤਿਗੁਰ ਪੂਰੈ ਸੇਵਿਐ ਨਹੀਂ ਪੜਨਾ, ਸੇਵਿਐ। ਸਤਿਗੁਰ ਪੂਰੈ ਸੇਵਿਐ ਦੁੱਖਾਂ ਕਾ ਹੋਇ ਨਾਸ। ਜੇ ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰੀਏ, ਸਤਿਗੁਰ ਪੂਰੇ ਸੇਵੇ ਦਾ ਮਤਲਬ ਜੇ ਗੁਰੂ ਦੀ ਸੇਵਾ ਕੀਤੀ ਜਾਏ, ਯਾਨੀ ਗੁਰੂ ਦੇ ਦੱਸੇ ਰਾਹ ਤੇ ਤੁਰੀਏ, ਗੁਰੂ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾਈਏ, ਗੁਰੂ ਦੇ ਦਿੱਤੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੀਏ, ਗੁਰਮਤਾਸ਼ੇ ਅਨੁਸਾਰ ਜ਼ਿੰਦਗੀ ਜੀਵੀਏ। ਸਤਿਗੁਰ ਪੂਰੇ ਸੇਵੇ ਹੈ, ਜੇ ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰੀਏ, ਦੁੱਖਾਂ ਕਾ ਹੋਏ ਨਾਸ, ਤਾਂ ਦੁੱਖਾਂ ਦਾ ਨਾਸ ਹੋ ਜਾਂਦਾ, ਦੁੱਖ ਮੁੱਕ ਜਾਂਦੇ ਨੇ। ਤਾਂ ਇੱਥੋਂ ਸਾਨੂੰ ਜ਼ਿੰਦਗੀ ਜੀਣ ਵਾਸਤੇ ਮਿਲੇਗਾ ਕਿ ਜੇ ਸਾਡੀ ਜ਼ਿੰਦਗੀ ਵਿੱਚ ਕਿਤੇ ਦੁੱਖ, ਚਿੰਤਾਵਾਂ ਜਾਂ ਪਰੇਸ਼ਾਨੀਆਂ ਨੇ, ਤਾਂ ਸਾਨੂੰ ਸੈਲਫ ਐਨਾਲਿਸਿਸ ਕਰਨਾ ਚਾਹੀਦਾ ਹੈ ਕਿ ਕੀ ਅਸੀਂ ਗੁਰੂ ਦੇ ਪਾਵਨ ਬਾਣੀ ਤੋਂ ਉਲਟ ਰਾਸਤਾ ਤਾਂ ਨਹੀਂ ਜਾ ਰਹੇ, ਯਾਨੀ ਸਾਡੀ ਜ਼ਿੰਦਗੀ ਵਿੱਚ ਕਿਤੇ ਦੋਸ਼ ਤਾਂ ਨਹੀਂ ਹੈ। ਤਾਂ ਫਿਰ ਸਾਨੂੰ ਗੁਰੂ ਦੇ ਦੱਸੇ ਰਾਹ ਤੇ ਤੁਰਨਾ ਚਾਹੀਦਾ ਹੈ। ਜਦੋਂ ਅਸੀਂ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਵਾਂਗੇ ਤਾਂ ਸਾਡੇ ਜੀਵਨ ਦੇ ਅੰਦਰ ਕੋਈ ਔਗਣ ਜਾਂ ਪਾਪ ਵਿਕਾਰ ਨਹੀਂ ਹੋਏਗਾ। ਜਿੱਥੇ ਪਾਪ ਵਿਕਾਰ ਔਰ ਨੈਗੇਟਿਵਿਟੀ ਨਹੀਂ ਹੋਏਗੀ, ਉੱਥੇ ਕੋਈ ਮਾਨਸਿਕ ਦੁੱਖ ਔਰ ਸੰਤਾਪ ਵੀ ਨਹੀਂ ਹੋਏਗਾ। ਤਾਂ ਜੇ ਦੁੱਖ ਹੈ ਵੀ ਨੇ ਤਾਂ ਅਸੀਂ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀ ਕੇ ਉਹਨਾਂ ਤੋਂ ਬਚ ਸਕਦੇ ਹਾਂ। ਨਾਨਕ ਨਾਮ ਅਰਾਧਿਆ ਕਾਰਜ ਆਵੇ ਰਾਸ। ਨਾਮ ਅਰਾਧਿਆ ਦਾ ਮਤਲਬ ਪ੍ਰਭੂ ਦੇ ਹੁਕਮ ਨੂੰ ਯਾਦ ਕੀਤਿਆਂ। ਜੇ ਪ੍ਰਭੂ ਦੇ ਹੁਕਮ ਨੂੰ ਯਾਦ ਰੱਖਿਆ ਜਾਏ, ਜੇ ਗੁਣਾਂ ਨੂੰ ਯਾਦ ਰੱਖਿਆ ਜਾਏ, ਨਾਮ ਨੂੰ ਦੋ ਅਰਥਾਂ ਵਿੱਚ ਲੈਣਾ ਹੈ, ਇੱਕ ਨਾਮ ਹੁਕਮ, ਦੂਜਾ ਨਾਮ ਰੱਬੀ ਗੁਣ। ਵੈਸੇ ਨਾਮ ਰੱਬ ਵਾਸਤੇ ਵੀ ਵਰਤਿਆ ਹੈ ਔਰ ਨਾਮ ਵਾਸਤੇ ਵੀ ਵਰਤਿਆ ਹੈ, ਪਰ ਜੋ ਆਮ ਕਰਕੇ ਆ ਰਿਹਾ ਹੈ ਨਾਮ, ਉਹਦਾ ਮਤਲਬ ਹੁਕਮ ਔਰ ਨਾਮ ਦਾ ਮਤਲਬ ਰੱਬੀ ਗੁਣ। ਨਾਨਕ ਨਾਮ ਅਰਾਧਿਆ। ਜੇ ਪ੍ਰਭੂ ਦੇ ਗੁਣਾਂ ਦੀ ਆਰਾਧਨਾ ਕੀਤੀ ਜਾਏ, ਰੱਬੀ ਹੁਕਮ ਦੀ ਆਰਾਧਨਾ ਕੀਤੀ ਜਾਏ, ਯਾਨੀ ਰੱਬੀ ਹੁਕਮ ਦੇ ਅੰਦਰ ਤੁਰਿਆ ਜਾਏ ਔਰ ਗੁਣਾਂ ਵਾਲੀ ਜ਼ਿੰਦਗੀ ਜੀਵੀ ਜਾਏ, ਕਾਰਜ ਆਵੇ ਰਾਸ, ਤਾਂ ਕਾਰਜ ਰਾਸ ਆ ਜਾਂਦਾ ਹੈ, ਯਾਨੀ ਜੀਵਨ ਦਾ ਜੋ ਮਨੋਰਥ ਹੈ ਉਹ ਸਫਲ ਹੋ ਜਾਂਦਾ ਹੈ। ਅਸੀਂ ਆਪਣੀ ਮੰਜ਼ਿਲ ਨੂੰ ਪਾ ਲੈਂਦੇ ਹਾਂ। ਤਾਂ ਮੰਜ਼ਿਲ ਨੂੰ ਪਾਉਣ ਵਾਸਤੇ ਜਾਂ ਮੰਜ਼ਿਲ ਤੇ ਪਹੁੰਚਣ ਵਾਸਤੇ ਮੇਨ ਚੀਜ਼ ਕੀ ਹੈ? ਹੁਕਮ ਦੀ ਆਰਾਧਨਾ, ਹੁਕਮ ਨੂੰ ਸਮਝਣਾ, ਸਿਸਟਮ ਨੂੰ ਸਮਝਣਾ। ਜਿਵੇਂ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਕਿ ਜੇ ਅਸੀਂ ਕਿਸੇ ਮੰਜ਼ਿਲ ਤੇ ਪਹੁੰਚਣਾ ਹੈ ਤਾਂ ਸਭ ਤੋਂ ਪਹਿਲਾਂ ਉਸ ਮੰਜ਼ਿਲ ਤੇ ਪਹੁੰਚਣ ਵਾਸਤੇ ਸੋਰਸਿਸ ਕੀ ਨੇ ਉਹਦਾ ਪਤਾ ਹੋਣਾ ਚਾਹੀਦਾ ਹੈ। ਦੂਜੀ ਗੱਲ, ਉਹ ਸੋਰਸਿਸ ਕਿੱਥੋਂ ਮਿਲਣਗੇ, ਤੇ ਤੀਜੀ ਗੱਲ, ਉਹ ਰਿਸੋਰਸਿਸ ਜਿਹੜੇ ਨੇ ਕਿਵੇਂ ਮਿਲਣਗੇ, ਔਰ ਫਿਰ ਅਸੀਂ ਕਿੰਨੇ ਸਮੇਂ ਦੇ ਅੰਦਰ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ। ਇਹ ਪੂਰੇ ਦਾ ਪੂਰਾ ਇੱਕ ਸਿਸਟਮ ਹੈ। ਜੇ ਅਸੀਂ ਇਹਨੂੰ ਫੋਲੋ ਕਰਦੇ ਹਾਂ ਤਾਂ ਅਸੀਂ ਉਸ ਮੰਜ਼ਿਲ ਤੇ ਪਹੁੰਚ ਸਕਦੇ ਹਾਂ, ਤੇ ਜੇ ਕਿਸੇ ਵੀ ਮੰਜ਼ਿਲ ਤੇ ਪਹੁੰਚਣ ਲਈ ਜੋ ਰਿਕੁਆਇਰਮੈਂਟ ਹੈ ਉਹਨੂੰ ਪੂਰੀ ਨਹੀਂ ਕਰਾਂਗੇ ਤਾਂ ਨਹੀਂ ਪਹੁੰਚ ਪਾਵਾਂਗੇ। ਇਸ ਲਈ ਰੱਬੀ ਰਜ਼ਾ ਦੇ ਅੰਦਰ ਤੁਰਨਾ ਹੀ ਜੀਵਨ ਮਨੋਰਥ ਤੇ ਪਹੁੰਚਣ ਦਾ ਇੱਕੋ ਇੱਕ ਰਾਸਤਾ ਹੈ। ਫਿਰ ਸਾਡਾ ਹਰ ਕਾਰਜ ਰਾਸ ਆ ਜਾਏਗਾ, ਭਾਵ ਕਿ ਸਾਡੇ ਜੀਵਨ ਦਾ ਮਨੋਰਥ ਸਾਨੂੰ ਮਿਲ ਜਾਏਗਾ ਔਰ ਉਹਦੇ ਅੰਦਰੋਂ ਸੁੱਖ ਉਪਜਣਗੇ, ਜੇ ਅਸੀਂ ਰੱਬੀ ਰਜ਼ਾ ਵਿੱਚ ਤੁਰਦੇ ਹਾਂ ਔਰ ਰੱਬੀ ਗੁਣਾਂ ਦੇ ਧਾਰਨੀ ਹੁੰਦੇ ਹਾਂ। ਮਹਿਲਾ ਪੰਜਵਾਂ। ਜਿਸ ਸਿਮਰਤ ਸੰਕਟ ਛੁੱਟੇ ਹੈ, ਆਨੰਦ ਮੰਗਲ ਵਿਸਰਾਮ। ਸੰਕਟ ਦਾ ਮਤਲਬ ਦੁੱਖ, ਆਨੰਦ ਦਾ ਮਤਲਬ ਖੁਸ਼ੀਆਂ, ਵਿਸਰਾਮ ਦਾ ਮਤਲਬ ਟਿਕਾਣਾ। ਜਿਸ ਸਿਮਰਤ, ਸਿਮਰਤ ਦਾ ਮਤਲਬ ਯਾਦ ਕੀਤਿਆਂ, ਆਪਣੀ ਯਾਦ ਵਿੱਚ ਟਿਕਾਇਆ, ਆਪਣੀ ਸੋਚ ਵਿੱਚ ਵਸਾਇਆ। ਜਿਸ ਪ੍ਰਭੂ ਨੂੰ ਔਰ ਜਿਸ ਪ੍ਰਭੂ ਦੇ ਗੁਣਾਂ ਨੂੰ ਆਪਣੀ ਸੋਚ ਦੇ ਅੰਦਰ ਵਸਾਇਆ, ਯਾਦ ਵਿੱਚ ਟਿਕਾਇਆ, ਸਾਰੇ ਸੰਕਟ ਦੂਰ ਹੋ ਜਾਂਦੇ ਨੇ। ਆਨੰਦ ਮੰਗਲ ਵਿਸਰਾਮ ਤੇ ਖੁਸ਼ੀਆਂ ਦੇ ਅੰਦਰ ਟਿਕਾਣਾ ਹੋ ਜਾਂਦਾ ਹੈ। ਮੰਗਲ ਦਾ ਮਤਲਬ ਖੁਸ਼ੀਆਂ,
ਆਨੰਦ ਵਿੱਚ, ਖੁਸ਼ੀਆਂ ਵਿੱਚ ਟਿਕਾਣਾ ਹੋ ਜਾਂਦਾ ਹੈ। ਯਾਨੀ ਆਨੰਦ ਮੰਗਲ ਦਾ ਸਾਡੇ ਹਿਰਦੇ ਵਿੱਚ ਟਿਕਾਣਾ ਹੋ ਜਾਂਦਾ ਹੈ। ਮੀਨਸ ਕਿ ਸਾਨੂੰ ਖੁਸ਼ੀਆਂ ਔਰ ਖੇੜੇ ਮਿਲ ਜਾਂਦੇ ਨੇ। ਹੁਣ ਇਹ ਚੀਜ਼ ਪ੍ਰਤੱਖ ਹੈ ਕਿ ਜੇ ਅਸੀਂ ਆਪਣੇ ਹਿਰਦੇ ਅੰਦਰ, ਸੋਚ ਅੰਦਰ ਈਰਖਾ, ਦਵੇਸ਼, ਵੈਰ ਵਿਰੋਧ ਵਗੈਰਾ ਵਗੈਰਾ ਦੋਸ਼ ਵਸਾ ਕੇ ਰੱਖਦੇ ਹਾਂ, ਤਾਂ ਇਹਨਾਂ ਔਗਣਾਂ ਦੇ ਨਾਲ ਸਾਡੇ ਜੀਵਨ ਵਿੱਚ ਦੁੱਖ ਵੀ ਆਏਗਾ, ਕਿਉਂਕਿ ਇਹ ਸਾਂਝੇ ਨੇ, ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਦੁੱਖ ਔਰ ਵਿਕਾਰ। ਜੇ ਤੁਸੀਂ ਵਿਕਾਰਾਂ ਨੂੰ ਸੁੱਟੋਗੇ ਤੇ ਦੁੱਖ ਵੀ ਦੂਰ ਚਲੇ ਜਾਣਗੇ, ਜੇ ਵਿਕਾਰਾਂ ਨੂੰ ਚੁੱਕੋਗੇ ਤੇ ਦੁੱਖ ਵੀ ਨਾਲ ਆਣਗੇ, ਕਿਉਂਕਿ ਇੱਕ ਹੀ ਸਿੱਕੇ ਦੇ ਦੋ ਪਹਿਲੂ ਨੇ। ਇਸੇ ਤਰ੍ਹਾਂ ਸੁੱਖ ਔਰ ਗੁਣ, ਇਹ ਵੀ ਇੱਕ ਸਿੱਕੇ ਦੇ ਦੋ ਪਾਸੇ ਨੇ। ਇੱਕ ਪਾਸੇ ਨੂੰ ਚੁੱਕੋਗੇ ਦੂਜਾ ਆਟੋਮੈਟਿਕਲੀ ਨਾਲ ਆਏਗਾ, ਜੇ ਗੁਣਾਂ ਵਾਲੇ ਪਾਸੇ ਨੂੰ ਚੁੱਕੋਗੇ ਤੇ ਸੁੱਖ ਵੀ ਨਾਲ ਹੀ ਆ ਜਾਣਗੇ, ਤੇ ਜੇ ਗੁਣਾਂ ਨੂੰ ਪਰੇ ਸੁੱਟੋਗੇ ਤੇ ਦੂਜਾ ਪਾਸਾ ਨਾਲ ਸੁੱਖ ਵੀ ਦੂਰ ਚਲੇ ਜਾਣਗੇ। ਇਸ ਲਈ ਗੁਰੂ ਜੀ ਕਹਿੰਦੇ ਨੇ, ਜਿਸ ਪ੍ਰਭੂ ਦੀ ਚਿੰਤਨ ਕਰਦਿਆਂ ਗੁਣਾਂ ਨੂੰ ਯਾਦ ਵਿੱਚ ਵਸਾਇਆ, ਦੁੱਖ ਮੁੱਕ ਜਾਂਦੇ ਨੇ ਔਰ ਖੁਸ਼ੀਆਂ ਖੇੜਿਆਂ ਦਾ ਸਾਡੇ ਜੀਵਨ ਦੇ ਅੰਦਰ ਵਿਸ਼ਰਾਮ ਹੋ ਜਾਂਦਾ ਹੈ, ਸਦਾ ਲਈ ਟਿਕਾਣਾ ਹੋ ਜਾਂਦਾ। ਇਸ ਲਈ ਨਾਨਕ ਜਪੀਏ ਸਦਾ ਹਰ, ਨਿਮਖ ਨਾ ਬਿਸਰੋ ਨਾਮ। ਜਪੀਏ ਦਾ ਮਤਲਬ ਯਾਦ ਰੱਖੀਏ, ਬਿਸਰੋ ਦਾ ਮਤਲਬ ਕਦੇ ਵੀ ਨਾ ਭੁੱਲੋ, ਨਾਮ ਦਾ ਮਤਲਬ ਰੱਬੀ ਹੁਕਮ। ਇਸ ਲਈ ਰੱਬ ਨੂੰ ਹਮੇਸ਼ਾ ਯਾਦ ਰੱਖੋ। ਜਪੀਏ ਦਾ ਮਤਲਬ ਜਾਣੋ, ਜਪਨ ਦਾ ਮਤਲਬ ਜਾਣਨਾ, ਜਾਣੋ, ਉਹਦੇ ਨਾਲ ਸਾਂਝ ਪਾਓ। ਇੱਕ ਪਲ ਵਾਸਤੇ ਵੀ ਰੱਬੀ ਹੁਕਮ ਨੂੰ ਨਾ ਵਿਸਾਰੋ। ਇੱਕ ਪਲ ਵੀ ਐਸਾ ਨਾ ਹੋਏ ਕਿ ਤੁਸੀਂ ਰੱਬੀ ਰਜ਼ਾ ਤੋਂ ਉਲਟ ਚਲੋ, ਔਰ ਇੱਕ ਪਲ ਵੀ ਐਸਾ ਨਾ ਹੋਏ ਜਦੋਂ ਰੱਬੀ ਗੁਣ ਭੁੱਲ ਜਾਣ। ਹਮੇਸ਼ਾ ਯਾਦ ਰੱਖੋ ਔਰ ਹਮੇਸ਼ਾ ਰੱਬੀ ਹੁਕਮ ਵਿੱਚ ਤੁਰੋ। ਇੱਕ ਪਲ ਵਾਸਤੇ ਵੀ ਰੱਬੀ ਹੁਕਮ ਨੂੰ ਨਾ ਵਿਸਾਰੋ, ਕਿਉਂਕਿ ਜੇ ਰੱਬੀ ਹੁਕਮ ਨੂੰ ਵਿਸਾਰਾਂਗੇ, ਹੁਕਮ ਤੋਂ ਬਾਹਰ ਚੱਲਾਂਗੇ, ਨਾਲ ਦੇ ਨਾਲ ਦੁੱਖ ਸ਼ੁਰੂ ਹੋ ਜਾਣਗੇ। ਤੁਸੀਂ ਆਪਣੀ ਮੰਜ਼ਿਲ ਵੱਲ ਵਧ ਰਹੇ ਹੋ ਤੇ ਵਧਦਿਆਂ ਜੇ ਤੁਸੀਂ ਇੱਕ ਐਗਜ਼ਿਟ ਗਲਤ ਲੈ ਲਿਆ, ਤਾਂ ਬਸ ਉਹ ਇੱਕ ਐਗਜ਼ਿਟ ਹੀ ਤੁਹਾਨੂੰ ਤੁਹਾਡੀ ਮੰਜ਼ਿਲ ਤੋਂ ਦੂਰ ਲੈ ਜਾਏਗਾ। ਇਸ ਲਈ ਸਾਨੂੰ ਯਾਦ ਰੱਖਣਾ ਪਵੇਗਾ ਕਿ ਅਸੀਂ ਆਪਣੇ ਇਸ ਰਾਸਤੇ ਦੇ ਉੱਤੇ ਜਾਣਾ ਹੈ। ਹਰ ਪਲ ਆਪਣੀ ਮੰਜ਼ਿਲ ਯਾਦ ਰੱਖੋ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ, ਜਿਸ ਦੀ ਗੁਣਾਂ ਨੂੰ ਯਾਦ ਕੀਤਿਆਂ ਹਿਰਦੇ ਵਿੱਚ ਖੁਸ਼ੀਆਂ ਖੇੜੇ ਵਸੇ ਰਹਿੰਦੇ ਨੇ, ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਐਸੇ ਪ੍ਰਭੂ ਦੇ ਗੁਣਾਂ ਨੂੰ ਹਮੇਸ਼ਾ ਆਪਣੇ ਹਿਰਦੇ, ਆਪਣੀ ਸੋਚ ਦੇ ਅੰਦਰ ਟਿਕਾਈ ਰੱਖੋ ਔਰ ਇੱਕ ਪਲ ਵਾਸਤੇ ਵੀ ਰੱਬੀ ਹੁਕਮ ਨੂੰ ਔਰ ਰੱਬੀ ਗੁਣਾਂ ਨੂੰ ਨਾ ਭੁਲਾਓ। ਪੌੜੀ, ਤਿਨ ਕੀ ਸ਼ੋਭਾ ਕਿਆ ਗਣੀ, ਜਿੰਨੀ ਹਰ ਹਰ ਲੱਧਾ। ਇਹਨੂੰ ਲੱਧਾ ਪੋਲਿਆ ਨਹੀਂ ਬੋਲਣਾ, ਲੱਧਾ ਲੱਲੇ ਦੇ ਉੱਤੇ ਅੱਧਕ ਲਗਾ ਕੇ। ਤਿਨ ਕੀ ਸ਼ੋਭਾ ਕਿਆ ਗਣੀ, ਜਿੰਨੀ ਹਰ ਹਰ ਲੱਧਾ। ਲੱਧਾ ਦਾ ਮਤਲਬ ਲੱਭ ਲਿਆ, ਯਾਨੀ ਆਪਣੀ ਜਾਣ ਪਛਾਣ ਬਣਾ ਲਈ, ਰੱਬ ਦੇ ਗੁਣਾਂ ਨਾਲ ਸਾਂਝ ਬਣਾ ਲਈ। ਕਿਆ ਗਣੀ ਦਾ ਮਤਲਬ ਮੈਂ ਕੀ ਬਿਆਨ ਕਰਾਂ, ਉਹਨਾਂ ਦੀ ਸ਼ੋਭਾ ਮੈਂ ਕੀ ਬਿਆਨ ਕਰਾਂ। ਭਾਵ ਕਿ ਉਹਨਾਂ ਗੁਰਮੁਖ ਪਿਆਰਿਆਂ ਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੇ ਪ੍ਰਭੂ ਨੂੰ ਲੱਭ ਲਿਆ ਹੈ, ਆਪਣੇ ਅੰਦਰੋਂ ਪ੍ਰਗਟ ਕਰ ਲਿਆ ਹੈ। ਲੱਭ ਲਿਆ ਦਾ ਮਤਲਬ ਪ੍ਰਗਟ ਕਰ ਲਿਆ। ਹੁਣ ਸਾਡੇ ਅੰਦਰ ਹੀ ਸ਼ੁਭ ਗੁਣ ਨੇ ਨਾ, ਸੱਚ, ਦਇਆ, ਧਰਮ, ਨਿਰਭਉ, ਨਿਰਵੈਰ। ਪਰ ਅਸੀਂ ਲੱਭਿਆ ਕੀ ਹੋਇਆ ਹੈ? ਝੂਠ, ਫਰੇਬ, ਈਰਖਾ, ਦਵੇਸ਼। ਤੇ ਜੇ ਅਸੀਂ ਆਪਣੇ ਅੰਦਰੋਂ ਇਹਨਾਂ ਗੁਣਾਂ ਨੂੰ ਲੱਭੀਏ, ਮੀਨਸ ਇਹਨਾਂ ਗੁਣਾਂ ਨੂੰ ਪ੍ਰਗਟ ਕਰੀਏ, ਤਾਂ ਅਸੀਂ ਗੁਣਵਾਨ ਹੋ ਗਏ। ਗੁਰੂ ਜੀ ਬਚਨ ਕਰਦੇ ਨੇ, ਜਿਨ੍ਹਾਂ ਨੇ ਪ੍ਰਭੂ ਨੂੰ ਪਾ ਲਿਆ, ਪ੍ਰਭੂ ਦੇ ਨਾਲ ਸਾਂਝ ਪਾ ਲਈ, ਉਹਨਾਂ ਦੀ ਸ਼ੋਭਾ ਗਿਣੀ ਨਹੀਂ ਜਾਂਦੀ, ਉਹਨਾਂ ਦੀ ਸ਼ੋਭਾ ਦਾ ਅੰਤ ਨਹੀਂ ਪਾਇਆ ਜਾਂਦਾ। ਉਹ ਮਹਾਨ ਵੱਡੀ ਸ਼ੋਭਾ ਵਾਲੇ, ਆਦਰ ਔਰ ਸਤਿਕਾਰ ਵਾਲੇ ਹੁੰਦੇ ਨੇ। ਸਾਧਾਂ ਸਰਣੀ ਜੋ ਪਵੈ, ਸੋ ਛੁੱਟੇ ਬੱਧਾ। ਸਾਧਾਂ ਦਾ ਮਤਲਬ ਜਿਨ੍ਹਾਂ ਨੇ ਪ੍ਰਭੂ ਨੂੰ ਲੱਭ ਲਿਆ ਹੈ, ਉਹਨਾਂ ਦੀ ਗੱਲ ਹੋ ਰਹੀ ਹੈ। ਸਚਿਆਰ ਦੀ, ਜਿਹੜੇ ਰੱਬੀ ਰਜਾ ਵਿੱਚ ਤੁਰਦੇ ਨੇ, ਜੋ ਰੱਬੀ ਭਾਣੇ ਵਿੱਚ ਤੁਰਦੇ ਨੇ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਸਚਿਆਰ ਕਹਿੰਦੇ ਨੇ, ਉਹਨਾਂ ਨੂੰ ਪੰਚ ਵੀ ਕਹਿ ਰਹੇ ਨੇ, ਪੰਚ ਪ੍ਰਵਾਨ। ਉਹਨਾਂ ਹੀ ਵਾਸਤੇ ਸ਼ਬਦ ਆਸ਼ਿਕ ਵੀ ਵਰਤਿਆ ਹੈ, ਉਹਨਾਂ ਵਾਸਤੇ ਸ਼ਬਦ ਗੁਰਮੁਖ ਵਰਤਿਆ ਹੈ, ਸਚਿਆਰ ਵਾਸਤੇ ਸ਼ਬਦ ਸਾਧ ਸੰਤ ਵਰਤਿਆ ਹੈ,
ਔਰ ਉਹਨਾਂ ਵਾਸਤੇ ਹੀ ਸ਼ਬਦ ਜਨ ਵਰਤਿਆ ਹੈ। ਯਾਨੀ ਜੋ ਰੱਬੀ ਰਜ਼ਾ ਵਿੱਚ ਤੁਰਦੇ ਨੇ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਪੂਰਨ ਤੌਰ ਤੇ ਫੋਲੋ ਕੀਤਾ ਹੈ, ਜੋ ਉਹਨਾਂ ਦੀ ਸ਼ਰਨ ਆਉਂਦਾ ਹੈ, ਯਾਨੀ ਜੋ ਉਹਨਾਂ ਦੀ ਸੰਗਤ ਕਰਦਾ ਹੈ, ਸੋ ਛੁੱਟੇ ਬੱਧਾ, ਉਹ ਬੰਦਾ ਵੀ ਵਿਕਾਰਾਂ ਦੇ ਵਿੱਚ ਜੇ ਬੱਝਾ ਹੋਇਆ ਹੈ ਤੇ ਉਹ ਵੀ ਛੁੱਟ ਜਾਂਦਾ ਹੈ, ਉਹਦੀ ਵੀ ਵਿਕਾਰਾਂ ਤੋਂ ਖੁਲਾਸੀ ਹੋ ਜਾਂਦੀ ਹੈ, ਜੋ ਐਸੇ ਸਚਿਆਰ ਇਨਸਾਨਾਂ ਦੀ ਸੰਗਤ ਕਰਦਾ ਹੈ। ਹੁਣ ਸੰਗਤ ਕਰਨ ਦਾ ਮਤਲਬ ਹੀ ਇਹ ਹੈ ਕਿ ਆਪਣੀ ਮੱਤ ਨੂੰ ਛੱਡ ਕੇ ਉਸ ਚੰਗੀ ਮੱਤ ਨੂੰ ਅਪਣਾ ਲੈਣਾ। ਸੰਗਤ ਕਰਨ ਦਾ ਮਤਲਬ ਹੀ ਇਹ ਹੈ ਕਿ ਉਹਨਾਂ ਦਾ ਸਾਥ ਦੇਣਾ, ਮੀਨਸ ਕਿ ਉਹਨਾਂ ਦੇ ਸਾਥ ਤੁਰਨਾ, ਉਹਨਾਂ ਗੁਣਾਂ ਦੇ ਧਾਰਨੀ ਹੋਣਾ। ਤਾਂ ਜੋ ਇਨਸਾਨ ਐਸੇ ਗੁਰਮੁਖਾਂ ਦੀ ਸੰਗਤ ਕਰਦਾ ਹੈ, ਉਹ ਵੀ ਵਿਕਾਰਾਂ ਦੇ ਵਿੱਚ ਬੱਝਾ ਹੋਇਆ ਛੁੱਟ ਜਾਂਦਾ ਹੈ, ਉਹਦੇ ਵੀ ਵਿਕਾਰ ਹੌਲੇ ਹੌਲੇ ਖਤਮ ਹੋ ਜਾਂਦੇ ਨੇ ਔਰ ਉਹ ਵੀ ਗੁਣੀ ਇਨਸਾਨ ਬਣ ਜਾਂਦਾ ਹੈ। ਇਸ ਲਈ ਜੇ ਕਿਤੇ ਸਾਡੀ ਜ਼ਿੰਦਗੀ ਵਿੱਚ ਵੀ ਐਸੇ ਦੋਸ਼ ਨੇ ਤਾਂ ਸਾਨੂੰ ਐਸੇ ਸਚਿਆਰ ਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ ਔਰ ਗੁਰਬਾਣੀ ਸਾਨੂੰ ਆਪ ਪੜ੍ਹ ਕੇ ਗੁਰਬਾਣੀ ਤੇ ਅਮਲ ਕਰਨਾ ਚਾਹੀਦਾ ਹੈ। ਇੱਥੇ ਗੱਲ ਸਚਿਆਰਾਂ ਦੀ ਕੀਤੀ ਜਾ ਰਹੀ ਹੈ, ਬਾਹਰ ਦੇ ਭੇਖੀ ਲੋਕਾਂ ਦੀ ਨਹੀਂ। ਗੁਣ ਗਾਵੇ ਅਬਿਨਾਸੀ ਹੈ, ਜੋਨ ਗਰਭ ਨਾ ਦੱਧਾ। ਦਧਾ ਨਹੀਂ ਪੜਨਾ, ਦੱਧਾ। ਦੱਧਾ ਦਾ ਮਤਲਬ ਸੜਨਾ, ਜੋਨ ਦਾ ਮਤਲਬ ਸੁਭਾਅ, ਪਸ਼ੂ ਬਿਰਤੀਆਂ, ਗਰਭ ਦਾ ਮਤਲਬ ਅੱਗ। ਗੁਣ ਗਾਵੇ ਅਬਿਨਾਸ਼ੀ ਹੈ, ਜੋ ਅਬਿਨਾਸ਼ੀ ਦੇ ਗੁਣ ਗਾਉਂਦਾ ਹੈ। ਗੁਣ ਗਾਉਣ ਦਾ ਮਤਲਬ ਜੋ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦਾ ਧਾਰਨੀ ਹੈ, ਜਿਹਦੀ ਸੋਚ ਵਿੱਚ ਵੀ ਰੱਬੀ ਗੁਣ ਨੇ, ਜਿਹਦੇ ਬੋਲਾਂ ਵਿੱਚ ਵੀ ਰੱਬੀ ਗੁਣ ਨੇ ਔਰ ਜਿਸ ਦੇ ਬਿਹੇਵੀਅਰ ਦੇ ਅੰਦਰ ਵੀ ਰੱਬੀ ਗੁਣ ਨੇ। ਐਸਾ ਜੋ ਇਨਸਾਨ ਹੈ ਫਿਰ ਉਹ ਪਸ਼ੂ ਬਿਰਤੀਆਂ ਦੀ ਅੱਗ ਵਿੱਚ ਨਹੀਂ ਸੜਦਾ। ਜੋਨ ਦਾ ਮਤਲਬ ਪਸ਼ੂ ਬਿਰਤੀਆਂ, ਗਰਭ ਦਾ ਮਤਲਬ ਅੱਗ। ਗਰਭ ਦੇ ਕਈ ਸਾਰੇ ਅਰਥ ਨੇ, ਇੱਥੇ ਗਰਭ ਦਾ ਮਤਲਬ ਅੱਗ ਲੈਣਾ ਹੈ। ਦੱਧਾ ਦਾ ਮਤਲਬ ਸੜਨਾ, ਉਹ ਪਸ਼ੂ ਬਿਰਤੀਆਂ ਦੀ ਅੱਗ ਵਿੱਚ ਨਹੀਂ ਸੜਦਾ। ਹੁਣ ਇਹ ਪਸ਼ੂ ਬਿਰਤੀਆਂ ਦੀ ਅੱਗ ਹੀ ਹੈ ਨਾ, ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਪਵੇਂ ਦੱਝੇ ਨਾਨਕਾ ਤਰੀਏ ਕਰਮੀ ਲੱਗ। ਇਹ ਜਿੰਨੇ ਵੀ ਵਿਕਾਰ ਨੇ ਉਹਨਾਂ ਦੀ ਅੱਗ ਦੇ ਵਿੱਚ ਉਹ ਸੁਭਾਅ ਦੇ ਅੰਦਰ ਫਿਰ ਉਹ ਬੰਦਾ ਸੜਦਾ ਨਹੀਂ ਹੈ। ਗੁਰ ਭੇਟਿਆ ਪਾਰ ਬ੍ਰਹਮ ਹਰ, ਪੜ ਬੁੱਝ ਸਮੱਧਾ। ਇਹਨੂੰ ਪੜ ਪੋਲਾ ਜਿਹਾ ਨਹੀਂ ਪੜਨਾ, ਜੇ ਪੜਾਂਗੇ ਨਾ ਪੜ ਤਾਂ ਉਹਦਾ ਮਤਲਬ ਹੁੰਦਾ ਹੈ ਡਿੱਗਣਾ। ਇਹਨੂੰ ਪੜਨਾ ਹੈ ਪੜ, ਰਾੜੇ ਥੱਲੇ ਅੱਧੇ ਹਾਹੇ ਦੀ ਆਵਾਜ਼ ਭਾਰਾ ਕਰਕੇ ਪੜ। ਪੜ ਦਾ ਮਤਲਬ ਪੜਨਾ ਯਾਨੀ ਜਾਣਨਾ। ਤੇ ਬੁੱਝ ਪੜਨਾ ਹੈ, ਸਮੱਧਾ ਪੜਨਾ ਹੈ, ਮੰਮੇ ਦੇ ਉੱਤੇ ਅੱਧਕ ਲਗਾ ਕੇ, ਸਮੱਧਾ, ਸਮਝਾ ਨਹੀਂ, ਸਮੱਧਾ। ਗੁਰ ਭੇਟਿਆ ਪਾਰ ਬ੍ਰਹਮ ਹਰ, ਪੜ ਬੁੱਝ ਸਮੱਧਾ। ਸਮੱਧਾ ਦਾ ਮਤਲਬ ਸਮਾਧੀ ਵਾਲਾ, ਜਿਹਦੀ ਸਮਾਧੀ ਲੱਗ ਗਈ ਹੋਏ, ਯਾਨੀ ਟਿਕਾਵ ਦੇ ਵਿੱਚ ਮਨ ਦਾ ਆ ਜਾਣਾ। ਸਮਾਧੀ ਦਾ ਮਤਲਬ ਮਨ ਦਾ ਟਿਕਾਅ ਦੇ ਵਿੱਚ ਆਉਣਾ। ਆਮ ਬੰਦੇ ਦਾ ਜੋ ਮਨ ਹੈ ਉਹ ਭਟਕ ਰਿਹਾ ਹੈ, ਕਦੇ ਨਿਵਾਨਤਾ ਵਾਲੇ ਪਾਸੇ, ਕਦੇ ਉੱਚੇ ਪਾਸੇ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਕਿੰਨੇ ਸਾਰੇ ਵਿਚਾਰ ਸਾਡੇ ਮਨ ਦੇ ਅੰਦਰ ਹਰ ਪਲ ਆਉਂਦੇ ਰਹਿੰਦੇ ਨੇ। ਜਦੋਂ ਅਸੀਂ ਇਕੱਲੇ ਵੀ ਬੈਠੇ ਹੋਈਏ ਉਦੋਂ ਜ਼ਿਆਦਾ ਆਉਂਦੇ ਨੇ ਸਗੋਂ। ਔਰ ਬਹੁ ਗਿਣਤੀ ਜਿਹੜੀ ਹੈ ਸਾਡੇ ਵਿਚਾਰਾਂ ਦੀ, ਬਹੁ ਗਿਣਤੀ ਲੋਕਾਂ ਦੀ, ਉਹ ਵਿਚਾਰ ਹਮੇਸ਼ਾ ਨੈਗੇਟਿਵ ਹੀ ਆਉਂਦੇ ਨੇ ਕਿ ਇਹ ਨੁਕਸਾਨ ਨਾ ਹੋ ਜਾਏ, ਉਦੋਂ ਮੈਂ ਇੰਝ ਕਰਦਾ ਤਾਂ ਮੇਰਾ ਨੁਕਸਾਨ ਨਹੀਂ ਸੀ ਹੋਣਾ, ਜੇ ਬਾਈ ਚਾਂਸ ਏਦਾਂ ਹੋ ਗਿਆ, ਉਹ ਹੋ ਗਿਆ। ਕਿਵੇਂ ਬੰਦੇ ਦਾ ਮਨ ਭਟਕਦਾ ਰਹਿੰਦਾ ਨਾ। ਤਾਂ ਗੁਰੂ ਜੀ ਕਹਿੰਦੇ ਨੇ ਗੁਰ ਭੇਟਿਆ, ਉਹਨੂੰ ਗੁਰੂ ਮਿਲ ਪੈਂਦਾ ਹੈ। ਪਾਰ ਬ੍ਰਹਮ ਹਰ, ਉਹ ਪ੍ਰਭੂ ਦੀ ਸਿਫਤ ਸਲਾਹ ਵਿਚਾਰ ਕੇ ਸਮਝ ਔਰ ਸ਼ਾਂਤੀ ਪ੍ਰਾਪਤ ਕਰ ਲੈਂਦਾ। ਗੁਰ ਭੇਟਿਆ ਪਾਰ ਬ੍ਰਹਮ ਹਰ, ਪੜ ਬੁੱਝ ਦਾ ਮਤਲਬ ਜਾਣ ਕੇ, ਸਮਝ ਕੇ, ਵਿਚਾਰ ਕੇ। ਸਮੱਧਾ ਦਾ ਮਤਲਬ ਸ਼ਾਂਤੀ ਪ੍ਰਾਪਤ ਕਰ ਲੈਂਦਾ ਹੈ। ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਹ ਪ੍ਰਭੂ ਦੀ ਸਿਫਤ ਸਲਾਹ ਉਚਾਰ ਕੇ, ਪੜ ਦਾ ਮਤਲਬ ਉਚਾਰ ਕੇ, ਬੋਲ ਕੇ, ਬੁੱਝ ਦਾ ਮਤਲਬ ਸਮਝ ਕੇ ਸ਼ਾਂਤੀ ਪ੍ਰਾਪਤ ਕਰਦਾ ਹੈ, ਸਮਾਧੀ ਵਾਲਾ ਹੋ ਜਾਂਦਾ ਹੈ, ਉਹਦੇ ਅੰਦਰ ਟਿਕਾਵ। ਯਾਨੀ ਜੇ ਅਸੀਂ ਹੁਣ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਵੀ ਸ਼ਾਂਤੀ ਆਏ, ਟਿਕਾਵ ਆਏ, ਤਾਂ ਉਹਦੇ ਵਾਸਤੇ ਇੱਕ ਹੀ ਰਾਸਤਾ ਹੈ, ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਣੀ, ਗੁਰੂ ਦੇ ਦਿੱਤੇ ਹੋਏ ਉਹ ਲਾਈਫ ਨੂੰ ਅਪਣਾਉਣਾ, ਰੱਬੀ ਗੁਣਾਂ ਦੇ
ਧਾਰਨੀ ਹੋਣਾ। ਨਾਨਕ ਪਾਇਆ ਸੋ ਧਣੀ, ਹਰ ਅਗਮ ਅਗਧਾ। ਅਗਮ ਦਾ ਮਤਲਬ ਅਪਹੁੰਚ, ਅਗਧਾ ਦਾ ਮਤਲਬ ਅਗਾਧ, ਅਥਾ, ਜਿਸ ਦੀ ਥਾਂ ਨਾ ਪਾਈ ਜਾ ਸਕੇ, ਬਹੁਤ ਗਹਿਰਾ। ਉਸ ਮਨੁੱਖ ਨੇ ਅਥਾਹ ਤੇ ਅਪਹੁੰਚ ਮਾਲਕ ਹਰੀ ਨੂੰ ਪਾ ਲਿਆ। ਕਿੰਨੇ? ਜਿਹਨੂੰ ਗੁਰੂ ਮਿਲ ਪਿਆ, ਗੁਰ ਭੇਟਿਆ ਪਾਰ ਬ੍ਰਹਮ ਹਰਿ। ਜਿਹਨੂੰ ਗੁਰੂ ਮਿਲ ਪਿਆ, ਜਿਨੇ ਗੁਰੂ ਦੀ ਪ੍ਰਾਪਤੀ ਕਰਕੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਹਰੀ ਦੇ ਗੁਣ ਗਾਏ, ਹਰੀ ਦੇ ਗੁਣਾਂ ਨੂੰ ਸਮਝਿਆ, ਟਿਕਾਵ ਵਾਲਾ ਬਣਿਆ, ਜਿਹਦਾ ਮਨ ਟਿਕਾਵ ਵਿੱਚ ਆ ਗਿਆ, ਉਹਨੇ ਅਗੰਮ ਔਰ ਅਗਾਧ ਗਹਿਰੇ ਪ੍ਰਭੂ ਨੂੰ ਪਾ ਲਿਆ। ਹੁਣ ਦੇਖੋ ਰੱਬ ਨੂੰ ਪਾਣ ਦਾ ਕਿੰਨਾ ਸੌਖਾ ਸਾਧਨ ਹੈ। ਜੇ ਕੇਵਲ ਇੱਕ ਇਸ ਸ਼ਲੋਕ ਨੂੰ ਹੀ ਸਮਝ ਲਿਆ ਜਾਏ, ਕੇਵਲ ਇਸ ਪੌੜੀ ਨੂੰ ਹੀ ਸਮਝ ਲਿਆ ਜਾਏ, ਇਸ ਪੌੜੀ ਦੇ ਉੱਤੇ ਹੀ ਅਮਲ ਕਰ ਲਿਆ ਜਾਏ, ਤਾਂ ਸਾਡੀਆਂ ਕਿੰਨੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ। ਔਰ ਪ੍ਰਭੂ ਨੂੰ ਪਾਣਾ ਕਿੰਨੇ ਸੌਖੇ ਢੰਗ ਦੇ ਨਾਲ ਗੁਰੂ ਜੀ ਨੇ ਐਕਸਪਲੇਨ ਕੀਤਾ ਹੈ। ਕਿੰਨਾ ਸੌਖਾ ਰਾਸਤਾ ਕਿ ਗੁਰੂ ਗਿਆਨ ਦੇ ਧਾਰਨੀ ਹੋ ਕੇ ਰੱਬੀ ਰਜਾ ਵਿੱਚ ਤੁਰਨਾ ਔਰ ਗੁਨਾਹ ਵਾਲੀ ਜ਼ਿੰਦਗੀ ਜੀਣੀ ਤੇ ਰੱਬ ਨੂੰ ਪਾ ਲੈਣਾ। ਹੁਣ ਜੇ ਇਹ ਕੰਮ ਵੀ ਕੋਈ ਕਹੇ ਕਿ ਬਹੁਤ ਔਖਾ ਹੈ ਜੀ, ਸਾਡੇ ਤੋਂ ਤੇ ਹੋਣਾ ਨਹੀਂ, ਤਾਂ ਫਿਰ ਇਸ ਤੋਂ ਸੌਖਾ ਕੰਮ ਤੇ ਨਹੀਂ ਨਾ ਹੋ ਸਕਦਾ। ਅਸਲ ਦੇ ਅੰਦਰ ਕਿੰਨਾ ਉਲਝਾ ਦਿੱਤਾ ਗਿਆ ਹੈ, ਲੋਕ ਆਪ ਵੀ ਉਲਝੇ ਔਰ ਹੋਰਾਂ ਨੂੰ ਵੀ ਉਲਝਣ ਵਿੱਚ ਪਾਇਆ ਕਿ ਰੱਬ ਦੀ ਭਗਤੀ ਬੰਦਗੀ ਕਰਨ ਵਾਸਤੇ ਗ੍ਰਸਥ ਨੂੰ ਤਿਆਗੋ, ਵਰਤ ਨਰਾਤੇ ਕਰੋ, ਪੁੱਠੇ ਸਿੱਧੇ ਸਾਹ ਲਓ, ਸਮਾਧੀਆਂ ਲਾਓ, ਪਹਾੜਾਂ ਤੇ ਚੜੋ, ਬਰਫਾਂ ਵਿੱਚ ਗਲੋ। ਗੁਰੂ ਬਾਣੀ ਦੇ ਅੰਦਰ ਤੇ ਕੋਈ ਐਸਾ ਜ਼ਿਕਰ ਹੀ ਨਹੀਂ ਨਾ ਕਿ ਇਹ ਕੰਮ ਕਰੋ। ਸੌਖਾ ਸਿੰਪਲ ਰਾਸਤਾ ਕਿ ਗੁਰੂ ਦੇ ਗਿਆਨ ਦੇ ਧਾਰਨੀ ਬਣ ਕੇ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਿਆਂ ਕਰੋ, ਰੱਬੀ ਗੁਣਾਂ ਦੇ ਧਾਰਨੀ ਹੋਵੋ, ਰੱਬੀ ਰਜਾ ਦੇ ਵਿੱਚ ਤੁਰੋ, ਰੱਬ ਨੂੰ ਪਾਲੋ। ਸ਼ਲੋਕ ਮਹਿਲਾ ਪੰਜਵਾਂ। ਕਾਮ ਨਾ ਕਰਹੀ ਆਪਣਾ, ਫਿਰਹਿ ਅਵਤਾ ਲੋਏ। ਅਵਤਾ ਦਾ ਮਤਲਬ ਅਵੈੜਾ। ਨਾ ਕਰਹੀ, ਇੱਥੇ ਬਿੰਦੀ ਲਾਵਾਂਗੇ, ਕਰਹੀ ਤੂੰ ਨਹੀਂ ਕਰਦਾ, ਸੈਕੰਡ ਪਰਸਨ ਦੀ ਗੱਲ ਹੈ। ਕਾਮ ਨਾ ਕਰਹੀ ਆਪਣਾ, ਤੂੰ ਆਪਣਾ ਕੰਮ ਨਹੀਂ ਕਰਦਾ। ਫਿਰਹਿ ਦਾ ਮਤਲਬ ਫਿਰ ਰਿਹਾ ਹੈ। ਅਵਤਾ ਦਾ ਮਤਲਬ ਅਵੈੜਾ, ਆਪ ਖੁਦਰਾ, ਜੋ ਕਿਸੇ ਦੀ ਗੱਲ ਨਹੀਂ ਮੰਨਦਾ, ਕਿਸੇ ਸਿਆਣੇ ਦੀ ਗੱਲ ਨਹੀਂ ਮੰਨਦਾ, ਵੱਡੇ ਛੋਟੇ ਦੀ, ਗੁਰੂ ਦੀ ਪਾਵਨ ਬਾਣੀ ਤੇ ਅਮਲ ਨਹੀਂ ਕਰਦਾ, ਆਪਣੀ ਮਰਜ਼ੀ, ਮਨਮੁਖਤਾ, ਆਪ ਖੁਦਰਾਪਨ। ਲੋਏ ਦਾ ਮਤਲਬ ਲੋਕ ਵਿੱਚ, ਯਾਨੀ ਜਗਤ ਦੇ ਵਿੱਚ, ਜ਼ਿੰਦਗੀ ਦੇ ਅੰਦਰ। ਗੁਰੂ ਪਾਤਸ਼ਾਹ ਕਹਿੰਦੇ ਨੇ, ਹੇ ਮਨੁੱਖ, ਤੂੰ ਆਪਣਾ ਅਸਲ ਕੰਮ ਨਹੀਂ ਕਰਦਾ ਤੇ ਜਗਤ ਦੇ ਅੰਦਰ ਆਪ ਖੁਦਰਾ ਫਿਰ ਰਿਹਾ ਹੈ। ਹੁਣ ਸਾਡੀ ਜ਼ਿੰਦਗੀ ਦਾ ਅਸਲ ਕੰਮ ਕੀ ਹੈ? ਸਚਿਆਰ ਹੋਣਾ। ਕਿਉਂ ਸਚਿਆਰਾ ਹੋਈ ਹੈ? ਅਸਲ ਕੰਮ ਤੇ ਹੀ ਜ਼ਿੰਦਗੀ ਦਾ ਕਿ ਸਚਿਆਰ ਹੋ ਕੇ ਜੀਵੀ ਜਾਏ ਜ਼ਿੰਦਗੀ। ਤੇ ਸਚਿਆਰ ਹੋਣ ਵਾਸਤੇ ਇੱਕ ਹੀ ਸਾਧਨ ਹੈ, ਹੁਕਮ ਰਜ਼ਾਈ ਚੱਲਣਾ। ਇਸ ਕੰਮ ਨੂੰ ਛੱਡ ਕੇ ਬੰਦਾ ਅਵੈੜਾ ਫਿਰ ਰਿਹਾ ਹੈ। ਝੂਠ ਫਰੇਬ ਵਾਲੀ ਜ਼ਿੰਦਗੀ, ਮੇਰ ਤੇਰ ਵਾਲੀ ਜ਼ਿੰਦਗੀ, ਜਾਤੀਵਾਦ ਵਾਲੀ ਜ਼ਿੰਦਗੀ, ਠੱਗੀਆਂ ਫਰੇਬਾਂ ਵਾਲੀ ਜ਼ਿੰਦਗੀ, ਤਾਂ ਇਸੇ ਨੂੰ ਕਹਿੰਦੇ ਨੇ ਅਵੇੜਾ ਫਿਰਨਾ, ਆਪਣਾ ਕੰਮ ਨਾ ਕਰਨਾ। ਇਸ ਲਈ ਸਾਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਤੇ ਆਪਣਾ ਕੰਮ ਕੌਣ ਕਰੇਗਾ? ਜਿਹਦੇ ਕੋਲ ਆਪਣਾ ਕੰਮ ਹੋਏਗਾ। ਹੁਣ ਮੇਰੇ ਕੋਲ ਆਪਣਾ ਕੰਮ ਹੀ ਨਹੀਂ ਕਰਨ ਵਾਸਤੇ ਤੇ ਮੈਂ ਕੀ ਕਰਾਂ? ਮੈਂ ਤਾਂ ਫਿਰ ਵਿਹਲਾ ਹੀ ਫਿਰਾਂਗਾ ਨਾ, ਜਾਂ ਕਿਸੇ ਹੋਰ ਦਾ ਕੰਮ ਕਰਾਂਗਾ। ਤੇ ਮੇਰਾ ਕੰਮ ਕੀ ਹੈ ਸੀ ਤੇ ਗੋਲ ਨਿਸ਼ਚਿਤ ਹੀ ਨਾ ਕੀਤਾ। ਮੇਰਾ ਕੰਮ, ਮੇਰਾ ਗੋਲ, ਮੇਰੀ ਜ਼ਿੰਦਗੀ ਦਾ ਮਨੋਰਥ ਕੀ ਹੈ? ਮੇਰੀ ਜ਼ਿੰਦਗੀ ਦਾ ਮਨੋਰਥ ਕੀ ਹੈ? ਜਿਵੇਂ ਕਿ ਆਪਾਂ ਰੋਜ਼ ਵਿਚਾਰਦੇ ਹਾਂ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਮੇਰਾ ਗੋਲ ਕੀ ਹੈ? ਹੁਣ ਜੇ ਗੋਲ ਬਣਾਇਆ ਹੋਵੇ ਤੇ ਆਪਣਾ ਕੰਮ ਕਰੀਏ ਨਾ। ਆਪਣਾ ਤੇ ਗੋਲ ਹੀ ਹੈ ਨਹੀਂ ਕਿ ਮੇਰੀ ਮੈਂਟੈਲਿਟੀ ਕੈਸੀ ਹੋਏ, ਮੇਰਾ ਬਿਹੇਵੀਅਰ ਕੈਸਾ ਹੋਵੇ, ਮੇਰੇ ਬੋਲ ਕੈਸੇ ਹੋਣ, ਮੇਰਾ ਬੌਧਿਕ ਵਿਕਾਸ ਕੈਸਾ ਹੋਵੇ, ਸਰੀਰਕ ਤੌਰ ਤੇ ਮੈਂ ਆਪਣੀ ਸਿਹਤ ਨੂੰ ਕਿਵੇਂ ਰੱਖਣਾ ਹੈ, ਪਰਿਵਾਰਕ ਤੌਰ ਤੇ ਮੈਂ ਕੈਸੀ ਜ਼ਿੰਦਗੀ ਜੀਣੀ ਹੈ। ਗੋਲ ਹੈ। ਜੇ ਤੇ ਹੈ ਫਿਰ ਤੇ ਇਸ ਵਾਸਤੇ ਕੰਮ ਕਰਾਂਗੇ। ਤੇ ਜਦ ਗੋਲ ਹੀ ਹੈ ਨਹੀਂ, ਇਸ ਪਾਸੇ ਤੁਰਿਆ ਹੀ ਨਹੀਂ, ਤਾਂ ਫਿਰ ਬੰਦਾ ਹੋਰ ਪੁੱਠੇ ਸਿੱਧੇ ਕੰਮ ਕਰੀ ਜਾਏਗਾ।
ਇਸ ਲਈ ਸਾਡੀ ਜ਼ਿੰਦਗੀ ਦਾ ਗੋਲ ਹੈ ਕਿ ਅਸੀਂ ਸਚਿਆਰ ਬਣਨਾ ਹੈ। ਅਸੀਂ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਜੋ ਰੱਬੀ ਗੁਣ ਨੇ ਉਹਨਾਂ ਦੇ ਧਾਰ ਨਹੀਂ ਹੋਣਾ ਹੈ, ਔਰ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੀ ਸਾਡੀ ਜ਼ਿੰਦਗੀ ਦਾ, ਮਨੁੱਖਤਾ ਦਾ ਗੋਲ ਹੈ ਕਿ ਬੰਦਾ ਸਚਿਆਰ ਹੋ ਕੇ ਜੀਵੇ, ਇਨਸਾਨ ਬਣ ਕੇ ਜੀਵੇ। ਜੇ ਇਨਸਾਨ ਹੈ ਤੇ ਇਨਸਾਨੀਅਤ ਦਾ ਸਬੂਤ ਵੀ ਪੇਸ਼ ਕਰੇ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ, ਇਹ ਮਨੁੱਖਾ, ਤੂੰ ਆਪਣਾ ਕੰਮ ਨਹੀਂ ਕਰਦਾ, ਸੱਚ ਦੇ ਨਾਲ ਤੂੰ ਜੁੜਦਾ ਨਹੀਂ, ਲੇਕਿਨ ਇਸ ਦੁਨੀਆ ਦੇ ਵਿੱਚ ਅਵੈੜਾ ਫਿਰ ਰਿਹਾ ਹੈ, ਆਪ ਖੁਦਰਾ ਹੋ ਕੇ ਜ਼ਿੰਦਗੀ ਜੀ ਰਿਹਾ ਹੈ। ਨਾਨਕ ਨਾਏ ਵਿਸਾਰਿਆ ਸੁਖ ਕਿਨੇਹਾ ਹੋਏ। ਕਿਨੇਹਾ ਦਾ ਮਤਲਬ ਕਾਹਦਾ, ਕਿਵੇਂ? ਨਾਏ ਵਿਸਾਰਿਆ ਦਾ ਮਤਲਬ ਨਾਮ ਨੂੰ ਵਿਸਾਰਨ ਕਰਕੇ। ਨਾਮ ਦਾ ਮਤਲਬ ਹੁਕਮ। ਜੇ ਨਾਮ ਨੂੰ ਵਿਸਾਰ ਦਿੱਤਾ ਜਾਏ, ਹੁਕਮ ਨੂੰ ਵਿਸਾਰ ਦਿੱਤਾ ਜਾਏ, ਰੱਬੀ ਗੁਣਾਂ ਨੂੰ ਵਿਸਾਰ ਦਿੱਤਾ ਜਾਏ, ਤਾਂ ਸੁਖ ਕਿਨੇਹਾ ਹੋਏ, ਤਾਂ ਕੋਈ ਵੀ ਸੁਖ ਨਹੀਂ ਹੋ ਸਕਦਾ। ਕਿਨੇਹਾ ਹੋਏ ਦਾ ਮਤਲਬ ਕੋਈ ਨਹੀਂ ਹੋ ਸਕਦਾ। ਕਿਵੇਂ ਸੁਖ ਹੋਏਗਾ? ਦੇਖੋ, ਇਹ ਤਾਂ ਸਾਨੂੰ ਆਪ ਵੀ ਸਮਝ ਹੈ ਨਾ ਇਸ ਚੀਜ਼ ਦੀ। ਤਾਂ ਸਾਨੂੰ ਆਪਣੇ ਤਜਰਬੇ ਤੋਂ ਵੀ ਇਹ ਨਿਰਣਾ ਤੇ ਲੈਣਾ ਪਏਗਾ ਨਾ, ਕਿ ਜੇ ਨਾਮ ਨੂੰ, ਰੱਬੀ ਗੁਣਾਂ ਨੂੰ ਵਿਸਾਰ ਦਿੱਤਾ ਜਾਏ, ਕਿਸੇ ਦੀ ਚੇਤੇ ਦੇ ਵਿੱਚ ਰੱਬੀ ਗੁਣ ਨਾ ਹੋਣ, ਹੁਕਮ ਨੂੰ, ਸਿਸਟਮ ਨੂੰ ਉਹ ਫੋਲੋ ਨਾ ਕਰਦਾ ਹੋਵੇ, ਤਾਂ ਕੀ ਉਹਦੀ ਜ਼ਿੰਦਗੀ ਵਿੱਚ ਸੁੱਖ ਹੋ ਸਕਦਾ ਹੈ? ਜੇ ਤੁਸੀਂ ਆ ਮਾਮੂਲੀ ਸੜਕ ਵੀ ਪਾਰ ਕਰਨੀ ਹੈ ਤਾਂ ਕਿਸੇ ਨਿਯਮ ਨਾਲ ਹੀ ਕਰੋਗੇ ਨਾ। ਥਾਂ ਥਾਂ ਤੇ ਲਾਈਟਾਂ ਵਗੈਰਾ ਲੱਗੀਆਂ ਨੇ, ਜੇ ਉੱਥੋਂ ਲੰਘਦੇ ਹੋ ਤਾਂ ਹੀ ਹੈ ਨਾ। ਤੇ ਜੇ ਬਿਨਾਂ ਨਿਯਮ ਤੋਂ, ਬਿਨਾਂ ਵੇਖਿਆ ਤੋਂ ਸੜਕ ਦੇ ਵਿੱਚ ਜੇ ਕੋਈ ਵੜੇਗਾ, ਲੱਤਾਂ ਬਾਹਾਂ ਤੜਾਏਗਾ ਨਾ, ਦੂਜਿਆਂ ਦਾ ਵੀ ਐਕਸੀਡੈਂਟ ਕਰਾਏਗਾ। ਜੇ ਤੁਸੀਂ ਹੁਣ ਇੱਥੇ ਯੂਕੇ ਦੇ ਵਿੱਚ ਖੱਬੇ ਪਾਸੇ ਤੁਰਦੇ ਆ, ਤੇ ਜੇ ਇੱਥੇ ਕੋਈ ਕੈਨੇਡਾ ਜਾਂ ਅਮਰੀਕਾ ਤੋਂ ਆਣ ਕੇ ਕਹੇ ਕਿ ਮੈਂ ਤੇ ਸੱਜੇ ਪਾਸੇ ਗੱਡੀ ਚਲਾਣੀ, ਤਾਂ ਪ੍ਰੋਬਲਮ ਕ੍ਰੀਏਟ ਹੋਏਗੀ ਨਾ। ਆਪ ਵੀ ਦੁਖੀ ਹੋਏਗਾ, ਦੂਜਿਆਂ ਦਾ ਵੀ ਐਕਸੀਡੈਂਟ। ਤੇ ਜੇ ਇੱਥੋਂ ਜਾ ਕੇ ਕੈਨੇਡਾ, ਅਮਰੀਕਾ, ਕੋਈ ਇੰਗਲੈਂਡ ਵਾਲਾ ਕਹੇ ਕਿ ਮੈਂ ਤੇ ਖੱਬੇ ਪਾਸੇ ਚਲਾਣੀ ਗੱਡੀ, ਤਾਂ ਪ੍ਰੋਬਲਮ ਆਏਗੀ ਨਾ। ਜਿਸ ਨੇ ਸਿਸਟਮ ਨੂੰ ਵਿਸਾਰ ਦਿੱਤਾ, ਉਹਨੂੰ ਸੁੱਖ ਕਿਵੇਂ ਮਿਲ ਸਕਦਾ ਹੈ? ਹਰ ਚੀਜ਼ ਦਾ ਸਿਸਟਮ ਹੈ, ਹਰ ਚੀਜ਼ ਹੁਕਮ ਦੇ ਵਿੱਚ ਹੈ, ਸਿਸਟਮ ਦੇ ਅੰਦਰ ਹੈ। ਜੇ ਉਹ ਸਿਸਟਮ ਦੇ ਵਿੱਚ ਕਰੋਗੇ ਤਾਂ ਸੁੱਖ ਮਿਲੇਗਾ। ਜੇ ਹੁਣ ਗਰਮੀ ਦੇ ਵਿੱਚ ਕੋਈ ਹੀਟ ਲਾ ਕੇ ਬਹਿ ਜਾਏ ਤੇ ਕਹੇ ਕਿ ਹੀਟ ਮੈਂ ਚਲਾ ਦਿੱਤੀ ਹੈ ਤੇ ਹੁਣੇ ਥੋੜੀ ਦੇਰ ਚ ਠੰਡ ਹੋ ਜਾਂਦੀ ਹੈ, ਤਾਂ ਕੀ ਉਹਦੇ ਕਮਰੇ ਚ ਠੰਡ ਹੋ ਸਕਦੀ ਹੈ? ਤੇ ਜੇ ਬਾਹਰ ਸਨੋ ਪੈ ਰਹੀ ਹੋਵੇ, ਟੈਂਪਰੇਚਰ ਮਾਈਨਸ ਹੋਏ, ਤੇ ਬੰਦਾ ਆਪਣੇ ਘਰ ਹੀ ਏਸੀ ਚਲਾ ਲਵੇ ਔਰ ਕਹੇ ਕਿ ਮੈਂ ਏਸੀ ਚਲਾਤਾ, ਹੁਣੇ ਥੋੜੀ ਦੇਰ ਚ ਗਰਮੀ ਹੋ ਜਾਏਗੀ, ਤਾਂ ਕੀ ਗਰਮੀ ਹੋਏਗੀ? ਐਸੇ ਬੰਦੇ ਦੀ ਜ਼ਿੰਦਗੀ ਚ ਸੁੱਖ ਹੋ ਸਕਦਾ ਹੈ? ਸਿਸਟਮ ਹੈ ਨਾ। ਇਸੇ ਤਰ੍ਹਾਂ ਨਾਏ ਦਾ ਮਤਲਬ, ਨਾਂ ਦਾ ਮਤਲਬ, ਨਾਮ ਦਾ ਮਤਲਬ ਸਿਸਟਮ, ਹੁਕਮ, ਰਜ਼ਾ, ਭਾਣਾ। ਨਾਨਕ ਨਾਏ ਵਿਸਾਰਿਆ। ਜੇ ਪ੍ਰਭੂ ਦੇ ਹੁਕਮ ਨੂੰ ਭੁਲਾ ਦਿੱਤਾ ਜਾਏ, ਰੱਬੀ ਗੁਣਾਂ ਨੂੰ ਭੁਲਾ ਦਿੱਤਾ ਜਾਏ, ਸੁੱਖ ਕਿਨੇਹਾ ਹੋਏ, ਤਾਂ ਸੁੱਖ ਕਿਵੇਂ ਹੋਏਗਾ? ਭਾਵ ਕਿ ਨਹੀਂ ਹੋਏਗਾ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਸੁੱਖ ਹੋਵੇ, ਤਾਂ ਸਾਨੂੰ ਹੁਕਮ ਦੀ ਪਾਲਣਾ ਕਰਨੀ ਚਾਹੀਦੀ, ਸਿਸਟਮ ਦੀ। ਘਰਾਂ ਦੇ, ਪਰਿਵਾਰਾਂ ਦੇ, ਰਾਜਨੀਤੀ ਦੇ, ਹਰ ਚੀਜ਼ ਦੇ ਕੁਝ ਨਿਯਮ ਹੁੰਦੇ ਨੇ। ਉਹਨਾਂ ਨਿਯਮਾਂ ਨੂੰ, ਚੰਗਿਆਂ ਨੂੰ ਫੋਲੋ ਕਰਨ ਦੇ ਨਾਲ ਹੀ ਸੁਖ ਸ਼ਾਂਤੀ ਹੋ ਸਕਦੀ ਹੈ। ਮਹਿਲਾ ਪੰਜਵਾਂ। ਬਿਖੈ ਕੌੜਤਨ ਸਗਲ ਮਾਹੇ, ਜਗਤ ਰਹੀ ਲਪਟਾਏ। ਇਹਨੂੰ ਕੌੜਤਨ ਨਹੀਂ ਪੜਨਾ, ਕੌੜਤਨ। ਕੌੜਤਨ ਦਾ ਮਤਲਬ ਕੁੜਤਨ, ਕੁੜਿੱਤਣ, ਕੌੜੀ ਕੋਈ ਚੀਜ਼ ਜਿਹੜੀ ਹੁੰਦੀ ਹੈ। ਜਿਵੇਂ ਮਿਰਚਾਂ ਕੌੜੀਆਂ ਨੇ ਤਾਂ ਕਹਿ ਦਿੰਦੇ ਨਾ, ਮਿਰਚਾਂ ਵਿੱਚ ਬੜੀ ਕੁੜੱਤਣ ਹੈ। ਬਿਖੇ ਦਾ ਮਤਲਬ ਜ਼ਹਿਰ। ਤੇ ਜ਼ਹਿਰ ਕਿਹਨੂੰ ਕਹਿੰਦੇ ਨੇ? ਜਿਹਦੇ ਨਾਲ ਮੌਤ ਹੋ ਜਾਏ, ਜਿਹਦੇ ਨਾਲ ਸਰੀਰ ਦੀ ਮੌਤ ਹੋ ਜਾਏ, ਉਹ ਜ਼ਹਿਰ। ਤੇ ਜਿਹਦੇ ਨਾਲ ਕੰਮ ਕਰਨ ਨਾਲ ਜ਼ਮੀਰ ਮਰ ਜਾਏ, ਇਨਸਾਨੀਅਤ ਅੰਦਰੋਂ ਮਰ ਜਾਏ, ਉਹ ਵੀ ਜ਼ਹਿਰ। ਇੱਥੇ ਬਿਖੇ ਦਾ ਮਤਲਬ ਮਾਇਆ ਦੀ ਜ਼ਹਿਰ। ਬਿਖੇ ਕੌੜਤਨ ਸਗਲ ਮਾਹੇ, ਜਗਤ ਰਹੀ ਲਪਟਾਏ। ਜਗਤ, ਸਗਲ ਮਾਹੇ ਦਾ ਮਤਲਬ ਸਾਰੇ ਜੀਵ, ਜਗਤ ਦਾ ਮਤਲਬ ਜਗਤ ਵਿੱਚ, ਰਹੀ ਲਪਟਾਏ ਦਾ ਮਤਲਬ ਚੰਬੜੀ ਹੋਈ ਹੈ। ਕਿ ਮਾਇਆ ਦੀ ਜਿਹੜੀ ਜ਼ਹਿਰ ਦੀ ਕੁੜੱਤਨ ਹੈ ਨਾ, ਇਹ ਸਾਰੇ ਜੀਵਾਂ ਦੇ ਵਿੱਚ, ਜਗਤ ਦੇ ਅੰਦਰ ਸਭ ਨੂੰ ਚੰਬੜੀ ਹੋਈ ਹੈ। ਸਭ ਨੂੰ ਚੰਬੜੀ ਹੋਈ ਹੈ, ਬਹੁਤਾਤ ਗਿਣਤੀ ਨੂੰ, ਕਿਸੇ ਵਿਰਲਿਆਂ ਨੂੰ ਛੱਡ ਕੇ। ਜਿਹੜੀ ਬਿਖੇ ਦੀ ਜ਼ਹਿਰ ਦੀ ਕੁੜੱਤਨ ਹੈ, ਉਹ ਜਗਤ ਦੇ ਅੰਦਰ ਆਮ ਮਨੁੱਖਾਂ ਨੂੰ ਚੰਬੜੀ ਹੋਈ ਹੈ। ਜਿਹਦੇ ਨਾਲ ਕੀ ਹੋ ਰਿਹਾ ਹੈ ਕਿ ਆਤਮਕ ਮੌਤ ਹੋ ਰਹੀ ਹੈ। ਹੁਣ ਬਿਖੇ ਦਾ ਮਤਲਬ ਮਾਇਆ, ਤੇ ਮਾਇਆ ਦਾ ਮਤਲਬ ਪੈਸਾ ਨਹੀਂ ਹੈ,
ਮਾਇਆ ਦਾ ਮਤਲਬ ਔਰਤ ਨਹੀਂ ਹੈ। ਔਰਤ ਸਤਿਕਾਰਯੋਗ ਹੈ ਤੇ ਪੈਸਾ ਸਾਡੀ ਜ਼ਰੂਰਤ ਹੈ, ਹਰ ਇਨਸਾਨ ਦੀ ਜ਼ਰੂਰਤ ਹੈ। ਪੈਸੇ ਤੋਂ ਬਿਨਾਂ ਜ਼ਿੰਦਗੀ ਚੱਲਦੀ ਹੀ ਨਹੀਂ, ਇੱਕ ਸੱਚਾਈ ਹੈ। ਰੋਟੀ, ਕੱਪੜਾ, ਮਕਾਨ, ਇਹਦੇ ਵਾਸਤੇ ਪੈਸਾ ਚਾਹੀਦਾ ਹੈ। ਜੇ ਕੋਈ ਕਹੇ ਕਿ ਪੈਸੇ ਦੀ ਲੋੜ ਨਹੀਂ ਤਾਂ ਉਹ ਕਹਿ ਸਕਦਾ ਹੈ, ਪਰ ਪੈਸੇ ਤੋਂ ਬਿਨਾਂ ਕੰਮ ਚੱਲਦਾ ਨਹੀਂ। ਜ਼ਿੰਦਗੀ ਵਿੱਚ ਪੈਸਾ ਚਾਹੀਦਾ ਹੈ। ਪੈਸਾ ਮਾਇਆ ਨਹੀਂ ਹੈ। ਇਹ ਆਪਾਂ ਕਲਾਸ ਵਿੱਚ ਬਾਰ-ਬਾਰ ਵਿਚਾਰ ਚੁੱਕੇ ਹਾਂ ਕਿ ਮਾਇਆ ਇੱਕ ਸੋਚ ਦਾ ਨਾਮ ਹੈ। ਉਹ ਮਨੁੱਖੀ ਸੋਚ ਜੋ ਬੰਦੇ ਨੂੰ ਬੰਦੇ ਨਾਲ ਰੱਬ ਵਰਗਾ ਪਿਆਰ ਨਹੀਂ ਕਰਨ ਦਿੰਦੀ। ਬੰਦੇ ਦੀ ਉਹ ਭੈੜੀ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ। ਸਾਡੀ ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਅੰਦਰੋਂ ਅਸੀਂ ਹੋਰ ਤੇ ਬਾਹਰੋਂ ਹੋਰ ਹੁੰਦੇ ਆ। ਇਹ ਸੋਚ ਨੂੰ ਮਾਇਆ ਕਹਿੰਦੇ ਨੇ ਤੇ ਇਹ ਬੜੀ ਕੌੜੀ ਹੈ। ਇਹ ਸੋਚ ਜ਼ਹਿਰ ਹੈ। ਜਿਹਦੇ ਅੰਦਰ ਇਹ ਸੋਚ ਹੋਏਗੀ ਉਹਦੇ ਅੰਦਰੋਂ ਇਨਸਾਨੀਅਤ ਮਰ ਜਾਏਗੀ। ਮੇਰ ਤੇਰ ਦੇ ਵਿਤਕਰੇ ਕਰਨੇ ਇਹ ਗੈਰ ਇਨਸਾਨੀਅਤ ਕੰਮ ਹੈ। ਮੈਂ ਆਪਣੇ ਵਾਸਤੇ ਮਾਨ ਆਦਰ ਚਾਹਾਂ, ਤੁਹਾਡੇ ਵਾਸਤੇ ਨਿਰਾਦਰੀ, ਤਾਂ ਇਹ ਕੋਈ ਇਨਸਾਨੀਅਤ ਨਹੀਂ ਹੈ। ਮੈਂ ਆਪਣੇ ਵਾਸਤੇ ਸੁੱਖ ਪੈਦਾ ਕਰਨਾ ਚਾਹਾਂ ਤੇ ਮੇਰੇ ਉਹ ਸੁੱਖ ਤੁਹਾਡੇ ਦੁੱਖਾਂ ਵਿੱਚੋਂ ਪੈਦਾ ਹੋਏ ਹੋਣ, ਤਾਂ ਇਹ ਇਨਸਾਨੀਅਤ ਨਹੀਂ ਹੈ, ਇਹ ਗੈਰ ਇਨਸਾਨੀਅਤ ਹੈ। ਤੇ ਇਹ ਕੁੜੱਤਣ ਜਿਹੜੀ ਹੈ, ਇਹ ਜ਼ਹਿਰ ਜਿਹੜੀ ਹੈ, ਬਹੁ ਗਿਣਤੀ ਨੂੰ ਚਿੰਬੜੀ ਹੋਈ ਹੈ। ਔਰ ਇਸ ਮਾਇਆ ਦੀ ਜ਼ਹਿਰ ਨੇ ਇਨਸਾਨ ਦੇ ਅੰਦਰੋਂ ਇਨਸਾਨੀਅਤ ਨੂੰ ਮਾਰ ਮੁਕਾਇਆ ਹੈ। ਆਮ ਲੋਕਾਂ ਦੇ ਅੰਦਰ ਇਹ ਚੀਜ਼ ਚੰਬੜੀ ਹੋਈ ਹੈ ਤੇ ਜਿਨ੍ਹਾਂ ਦੇ ਅੰਦਰ ਵੀ ਇਹ ਚੰਬੜੇਗੀ ਉਹਨਾਂ ਦੀ ਜ਼ਿੰਦਗੀ ਚੋਂ ਇਨਸਾਨੀਅਤ ਮਰੇਗੀ, ਹੈਵਾਨੀਅਤ ਪੈਦਾ ਹੋਏਗੀ। ਉਹਨਾਂ ਨੂੰ ਹੀ ਬਾਣੀ ਵਿੱਚ ਭੂਤ ਨੇ ਬੇਤਾਲ ਆਖਿਆ ਹੈ ਤੇ ਉਹ ਆਪ ਵੀ ਦੁਖੀ ਹੋਣਗੇ ਤੇ ਦੂਜਿਆਂ ਨੂੰ ਵੀ ਦੁਖੀ ਕਰਨਗੇ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਆਮ ਜਗਤ ਦੇ ਅੰਦਰ ਇਹ ਵਰਤਾਰਾ ਹੈ, ਉੱਥੇ ਇਸ ਸੰਸਾਰ ਦੇ ਅੰਦਰ ਕੁਝ ਹੋਰ ਇਨਸਾਨ ਵੀ ਨੇ। ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਉ। ਜਨ ਦੇ ਨੰਨੇ ਨਾਲ ਸਿਹਾਰੀ ਹੈ, ਜਿਹਦਾ ਮਤਲਬ ਜਨ ਨੇ, ਸੇਵਕ ਨੇ। हे ਨਾਨਕ, ਸਿਰਫ ਪ੍ਰਭੂ ਦੇ ਸੇਵਕ ਨੇ ਇਹ ਵਿਚਾਰ ਕੀਤੀ ਹੈ ਕਿ ਮੀਠਾ ਹਰ ਕਾ ਨਾਉ, ਕਿ ਜੋ ਰੱਬ ਦਾ ਹੁਕਮ ਹੈ ਉਹ ਮਿੱਠਾ ਹੈ। ਨਾਉ ਦਾ ਮਤਲਬ ਹੁਕਮ, ਰੱਬ ਦਾ ਹੁਕਮ ਮਿੱਠਾ ਹੈ। ਤੇਰਾ ਕੀਆ ਮੀਠਾ ਲਾਗੈ। ਪ੍ਰਭੂ ਦੇ ਸੇਵਕ ਨੇ ਇਹ ਚੀਜ਼ ਵਿਚਾਰੀ ਹੈ ਕਿ ਜੋ ਪ੍ਰਭੂ ਦਾ ਹੁਕਮ ਹੈ ਉਹ ਮਿੱਠਾ ਹੈ, ਉਹਦੇ ਅੰਦਰ ਮਿਠਾਸ ਹੈ ਤੇ ਉਹ ਉਸ ਮਿਠਾਸ ਨੂੰ ਵਰਤ ਰਹੇ ਨੇ। ਉਹ ਉਸ ਆਤਮਿਕ ਜੀਵਨ ਦੇਣ ਵਾਲੇ ਪ੍ਰਭੂ ਦੇ ਹੁਕਮ ਨੂੰ ਵਰਤ ਰਹੇ ਨੇ ਔਰ ਹੁਕਮ ਤੇ ਰਜ਼ਾ ਦੇ ਅੰਦਰ ਚੱਲ ਕੇ ਉਹਨਾਂ ਦੀ ਜ਼ਿੰਦਗੀ ਵਿੱਚ ਮਿਠਾਸ ਹੈ। ਤਾਂ ਇਸ ਸੰਸਾਰ ਵਿੱਚ ਦੋ ਚੀਜ਼ਾਂ ਹੋ ਗਈਆਂ, ਇੱਕ ਅੰਮ੍ਰਿਤ ਔਰ ਇੱਕ ਜ਼ਹਿਰ। ਜੋ ਅੰਮ੍ਰਿਤ ਦੀ ਵਰਤੋਂ ਕਰੇਗਾ ਉਹ ਆਤਮਿਕ ਜੀਵਨ ਜੀਵੇਗਾ ਔਰ ਜੋ ਜ਼ਹਿਰ ਦੀ ਵਰਤੋਂ ਕਰੇਗਾ ਉਹ ਆਤਮਿਕ ਮੌਤ ਤੇ ਮਰ ਜਾਏਗਾ। ਅੰਮ੍ਰਿਤ ਹੈ ਪ੍ਰਭੂ ਦਾ ਹੁਕਮ, ਅੰਮ੍ਰਿਤ ਹੈ ਪ੍ਰਭੂ ਦੇ ਗੁਣ। ਜੋ ਇਹਨਾਂ ਦੀ ਵਰਤੋਂ ਕਰੇਗਾ ਉਹਦੇ ਅੰਦਰ ਇਨਸਾਨੀਅਤ ਪੈਦਾ ਹੋਏਗੀ, ਉਹਦੇ ਅੰਦਰ ਖੁਸ਼ੀ ਪੈਦਾ ਹੋਏਗੀ, ਪ੍ਰਸੰਨਤਾ ਪੈਦਾ ਹੋਏਗੀ ਔਰ ਉਹ ਦੂਜਿਆਂ ਨੂੰ ਵੀ ਖੁਸ਼ੀ ਔਰ ਪ੍ਰਸੰਨਤਾ ਦੇਵੇਗਾ। ਪਰ ਜਿਹੜਾ ਜ਼ਹਿਰ ਦੀ ਵਰਤੋਂ ਕਰੇਗਾ, ਕਾਮ, ਕ੍ਰੋਧ, ਲੋਭ ਆਦਿਕ ਦੀ, ਉਹਦੇ ਅੰਦਰੋਂ ਇਨਸਾਨੀਅਤ ਮਰ ਜਾਏਗੀ, ਉਹਦੀ ਆਤਮਿਕ ਮੌਤ ਹੋ ਜਾਏਗੀ। ਉਹ ਆਪ ਵੀ ਦੁਖੀ ਰਹੇਗਾ ਔਰ ਉਹ ਆਪਣੇ ਘਰ ਪਰਿਵਾਰਾਂ ਨੂੰ ਤੇ ਸੰਸਾਰ ਨੂੰ ਵੀ ਦੁਖੀ ਕਰੇਗਾ। ਹੁਣ ਫੈਸਲਾ ਅਸੀਂ ਆਪ ਲੈਣਾ ਹੈ ਕਿ ਅਸੀਂ ਸੁਖੀ ਹੋਣਾ ਚਾਹੁੰਦੇ ਹਾਂ ਜਾਂ ਦੁਖੀ ਹੋਣਾ ਚਾਹੁੰਦੇ ਹਾਂ। ਚੁਆਇਸ ਬੰਦੇ ਦੀ ਆਪਣੀ ਹੈ ਕਿ ਮੈਂ ਅੰਮ੍ਰਿਤ ਦੀ ਵਰਤੋਂ ਕਰਨੀ ਹੈ ਜਾਂ ਕਿ ਮੈਂ ਜ਼ਹਿਰ ਦੀ ਵਰਤੋਂ ਕਰਨੀ ਹੈ। ਮੈਂ ਆਪਣੇ ਅੰਦਰ ਇਨਸਾਨੀਅਤ ਨੂੰ ਜ਼ਿੰਦਾ ਰੱਖਣਾ ਹੈ ਜਾਂ ਕਿ ਮੈਂ ਆਪਣੇ ਅੰਦਰੋਂ ਇਨਸਾਨੀਅਤ ਨੂੰ ਖਤਮ ਕਰ ਦੇਣਾ ਹੈ। ਫੈਸਲਾ ਹਰ ਬੰਦੇ ਨੇ ਆਪ ਲੈਣਾ ਹੈ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਪ੍ਰਭੂ ਦਾ ਹੁਕਮ, ਪ੍ਰਭੂ ਦੇ ਗੁਣ ਜ਼ਿੰਦਗੀ ਵਿੱਚ ਮਿਠਾਸ ਪੈਦਾ ਕਰ ਸਕਦੇ ਨੇ, ਸੁਖ ਪੈਦਾ ਕਰ ਸਕਦੇ ਨੇ, ਆਤਮਿਕ ਜੀਵਨ ਦੇਣ ਵਾਲੇ ਨੇ। ਇਸ ਲਈ ਜ਼ਹਿਰ ਨੂੰ ਛੱਡ ਕੇ ਇਸ ਅੰਮ੍ਰਿਤ ਦੇ ਨਾਲ ਜੁੜੋ। ਪੌੜੀ, ਇਹ ਨਿਸ਼ਾਨੀ ਸਾਧ ਕੀ ਜਿਸ ਭੇਟਤ ਤਰੀਐ। ਨਿਸ਼ਾਨੀ ਦਾ ਮਤਲਬ ਨਿਸ਼ਾਨੀ, ਸਾਧ, ਸਾਧ ਦਾ ਮਤਲਬ ਸਚਿਆਰ, ਜੋ ਰੱਬ ਦਾ ਪਿਆਰਾ ਹੈ, ਜੋ ਸਚਿਆਰ ਹੈ, ਉਹਦੀ ਨਿਸ਼ਾਨੀ ਕੀ? ਕਹਿਣ ਨੂੰ ਤੇ ਕੱਪੜੇ ਪਾਉਣ ਨੂੰ ਤੇ ਸਾਧਾਂ ਵਾਲੇ ਕੱਪੜੇ ਕੋਈ ਵੀ ਪਾ ਲੇਗਾ, ਤੁਸੀਂ ਵੀ ਪਾ ਸਕਦੇ, ਮੈਂ ਵੀ ਪਾ ਸਕਦਾ। 2 ਮੀਟਰ ਕੱਪੜਾ ਹੀ ਮੀਟਰ ਡੇਢ ਵੱਧ ਲਾਣਾ ਨਾ।
ਹੁਣ ਮੈਂ ਹਾਂ ਤਾਂ ਮੇਰੇ ਕਮੀਜ਼ ਪਜਾਮੇ ਨੂੰ ਮੇਰੇ ਖਿਆਲ 5.5 ਮੀਟਰ ਕੱਪੜਾ ਲੱਗਦਾ ਹੈ, ਤੇ ਹੁਣ 5.5 ਮੀਟਰ ਨਾਲ ਕੱਪੜਾ ਕਮੀਜ਼ ਪਜਾਮਾ ਬਣ ਜਾਂਦਾ ਹੈ, ਆਮ ਗ੍ਰੰਥੀਆਂ ਵਾਲਾ ਜੋ ਪਹਿਨਾਵਾ ਹੈ। ਤੇ ਜੇ ਮੈਂ ਮੀਟਰ ਕੱਪੜਾ ਵੱਧ ਲਾ ਲਾਂ, 6.5 ਲੈ ਲਵਾਂ ਜਾਂ 7 ਮੀਟਰ ਲੈ ਲਵਾਂ, ਤੇ ਗਿੱਟਿਆਂ ਤੱਕ ਚੋਲਾ ਬਣ ਜਾਣਾ, ਸਾਧ ਬਣ ਗਿਆ। ਬਾਹਰੀ ਤੌਰ ਤੇ ਇੰਨਾ ਕੀ ਕੰਮ ਹੈ, ਬਾਹਰੀ ਤੌਰ ਤੇ ਪੀਲਾ ਚੋਲਾ ਪਾ ਲਓ, ਨੀਲਾ ਪਾ ਲਓ, ਇੰਨਾ ਕੀ ਕੰਮ ਹੈ। ਬਾਹਰੀ ਤੌਰ ਤੇ ਤਾਂ ਕੋਈ ਵੀ ਸਾਧ ਬਣ ਜਾਓ। ਭਾਈ ਗ੍ਰੰਥੀਆਂ ਵਾਲੇ ਕੱਪੜੇ ਹੁਣ ਜਿਹੜਾ ਮਰਜ਼ੀ ਤੁਸੀਂ ਕਮੀਜ਼ ਪਜਾਮਾ ਪਾ ਲਓ, ਤੁਸੀਂ ਵੀ ਲੱਗਣ ਲੱਗ ਜਾਓਗੇ ਵਿਗਿਆਨੀ। ਬਾਹਰੋਂ ਦਿਸਣਾ ਤਾਂ ਬਿਲਕੁਲ ਸੌਖਾ ਹੈ, ਇਹ ਕੋਈ ਪ੍ਰੋਬਲਮ ਨਹੀਂ ਹੈ। ਔਰ ਐਸੇ ਬਹੁਤ ਫਿਰ ਰਹੇ ਨੇ, ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਵਿੱਚ ਫਿਰ ਰਹੇ ਨੇ। ਔਰ ਬਾਹਰੀ ਪਹਿਨਾਵੇ ਦੇ ਨਾਲ ਕੁਝ ਨਹੀਂ ਮਿਲਦਾ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਚਿੱਟੇ ਜਿਨ ਕੇ ਕੱਪੜੇ, ਮੈਲੇ ਚਿਤ ਕਠੋਰ ਜੀਓ, ਤਿੰਨ ਮੁਖ ਨਾਮ ਨਾ ਵਿਆਪਈ, ਸੇ ਪਸ਼ੂਆਂ ਸੇ ਢੋਰ ਜੀਓ। ਇਸ ਲਈ ਨਿਸ਼ਾਨੀ ਕੀ ਹੈ ਗੁਰਮੁਖ ਦੀ? ਜੋ ਸਚਿਆਰ ਹੈ ਉਹਦੀ ਨਿਸ਼ਾਨੀ ਕੀ ਹੈ? ਰੱਬ ਦੇ ਪਿਆਰੇ ਦੀ ਨਿਸ਼ਾਨੀ ਕੀ ਹੈ? ਇਹ ਨਿਸ਼ਾਨੀ ਸਾਧ ਕੀ ਜਿਸ ਭੇਟਤ ਤਰੀਐ। ਭੇਟਤ ਦਾ ਮਤਲਬ ਜਿਹਦੀ ਸੰਗਤ ਕੀਤਾ। ਰੱਬ ਦੇ ਪਿਆਰੇ ਦੀ ਜਾਂ ਸਚਿਆਰ ਇਨਸਾਨ ਦੀ ਨਿਸ਼ਾਨੀ ਇਹ ਹੈ ਕਿ ਉਹਦੇ ਮਿਲਾਪ ਕਰਕੇ ਸੰਸਾਰ ਸਾਗਰ ਤੋਂ ਤਰ ਜਾਈਦਾ ਹੈ, ਵਿਕਾਰਾਂ ਤੋਂ ਖੁਲਾਸੀ ਹੋ ਜਾਂਦੀ ਹੈ, ਕਰਮ ਕਾਂਡਾਂ ਤੋਂ ਖੁਲਾਸੀ ਹੋ ਜਾਂਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਜਾਤੀਵਾਦ, ਦਾਜ ਦਹੇਜ, ਲੜਾਈ, ਦੰਗੇ ਫਸਾਦ, ਇਹਨਾਂ ਸਾਰਿਆਂ ਤੋਂ ਖੁਲਾਸੀ ਹੋ ਜਾਏ। ਤੇ ਦੂਜੇ ਪਾਸੇ ਵਰਤ, ਨਰਾਤੇ, ਸਰਾਧ, ਤੀਰਥ ਯਾਤਰਾ, ਜੋਤਾਂ ਜਗਾਣੀਆਂ ਤੇ ਅਕਾਲੇ ਛੋਲੇ, ਸ਼ਨੀਵਾਰ ਤੇ ਫਲਾਂ ਟੀਂਗ ਤੇ ਜਪ ਤਪ ਸੰਜਮ ਤੇ ਦਸਮ ਦੁਆਰ ਦੇ ਸਵਾਸ, ਤਿਆਗ, ਇਹਨਾਂ ਸਾਰਿਆਂ ਤੋਂ ਖੁਲਾਸੀ ਹੋ ਜਾਏ। ਇਹ ਨਿਸ਼ਾਨੀ ਹੈ ਰੱਬ ਦੇ ਪਿਆਰੇ ਦੀ। ਤੇ ਜਿਹੜਾ ਇਹਨਾਂ ਚੱਕਰਾਂ ਦੇ ਵਿੱਚ ਪਾ ਦੇਵੇ ਉਹ ਰੱਬ ਦਾ ਪਿਆਰਾ ਨਹੀਂ ਹੋ ਸਕਦਾ। ਇਹ ਨਿਸ਼ਾਨੀ ਹੈ, ਪਰਖ ਦੀ ਕਸਵੱਟੀ ਹੈ ਕਿ ਜਿਹਦੀ ਸੰਗਤ ਕਰਕੇ ਬੰਦੇ ਦੀ ਵਿਕਾਰਾਂ ਤੋਂ ਖੁਲਾਸੀ ਹੋ ਜਾਏ, ਉਹਨੂੰ ਚੰਗਾ ਜੀਵਨ ਮਿਲ ਜਾਏ। ਇਹ ਉਹਨਾਂ ਦੀ ਨਿਸ਼ਾਨੀ ਹੈ ਕਿ ਜੋ ਰੱਬ ਦੇ ਪਿਆਰਿਆਂ ਦੇ ਨਾਲ ਮਿਲਦਾ ਹੈ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ, ਉਹਦੀ ਵੀ ਖੁਲਾਸੀ ਹੋ ਜਾਂਦੀ ਹੈ। ਉਹਦੀ ਸੰਗਤ ਕਰਨ ਦੇ ਨਾਲ ਉਹ ਵੀ ਅਵਗੁਣਾਂ ਤੋਂ ਰਹਿਤ ਹੋ ਜਾਂਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਰੱਬ ਦੇ ਪਿਆਰੇ ਨੂੰ ਤੁਸੀਂ ਵੇਖ ਲਿਆ ਤੇ ਕਿਤੇ ਭੇਟਾ ਚੜਾ ਕੇ ਆ ਗਏ ਤੇ ਤੁਸੀਂ ਕਹੋ ਕਿ ਹੁਣ ਪਾਪ ਕਰੀ ਜਾਈਏ ਤੇ ਮਰਨ ਤੋਂ ਬਾਅਦ ਪਾਰ ਉਤਾਰਾ ਹੋ ਜਾਏਗਾ। ਇੱਥੇ ਮੀਨਿੰਗ ਇਹ ਨਹੀਂ ਹੈ। ਇਹਦਾ ਮੀਨਿੰਗ ਇਹ ਹੈ ਕਿ ਜਿਉਂਦੇ ਜੀ ਜਦੋਂ ਅਸੀਂ ਕਿਸੇ ਗੁਰਮੁਖ ਦੀ ਸੰਗਤ ਕਰਦੇ ਹਾਂ, ਸਤਸੰਗ ਵਿੱਚ ਜਾਂਦੇ ਹਾਂ, ਅਸੀਂ ਫਿਰ ਵਿਕਾਰ ਛੱਡ ਦਿੰਦੇ ਹਾਂ, ਸਾਡਾ ਵਿਕਾਰਾਂ ਤੋਂ ਖੁਲਾਸੀ ਹੋ ਜਾਂਦੀ ਹੈ, ਅਸੀਂ ਜੀਵਨ ਮੁਕਤ ਹੋ ਜਾਂਦੇ ਹਾਂ। ਜਮ ਕੰਕਰ ਨੇੜ ਨਾ ਆਵਈ, ਫਿਰ ਬਹੁੜ ਨਾ ਮਰੀਏ। ਜਮ ਕੰਕਰ ਦਾ ਮਤਲਬ ਦਾਸ, ਕੰਕਰ ਦਾ ਮਤਲਬ ਹੁੰਦਾ ਹੈ ਦਾਸ। ਜਮ ਕੰਕਰ ਦਾ ਮਤਲਬ ਜਮ ਦਾ ਦਾਸ, ਜਮਦੂਤ। ਨੇੜ ਨਾ ਆਵਈ, ਉਹਦੇ ਨੇੜੇ ਜਮਦੂਤ ਨਹੀਂ ਆਉਂਦੇ। ਹੁਣ ਇੱਥੇ ਜਮਦੂਤ ਦਾ ਮਤਲਬ ਉਹ ਨਹੀਂ ਕਿ ਜਿਹੜੇ ਝੋਟਿਆਂ ਤੇ ਚੜ ਕੇ ਆਉਂਦੇ ਨੇ ਤੇ ਬੰਦੇ ਨੂੰ ਮਾਰਦੇ ਨੇ, ਉਹਨਾਂ ਜਮਦੂਤਾਂ ਦੀ ਗੱਲ ਨਹੀਂ ਹੈ। ਮੌਤ, ਸਰੀਰਕ ਮੌਤ ਤਾਂ ਹਰ ਬੰਦੇ ਨੂੰ ਆਣੀ ਹੀ ਆਣੀ, ਇਹ ਤਾਂ ਫਾਈਨਲ ਹੈ। ਇੱਥੇ ਜਮਦੂਤ ਕਿਹੜੇ ਨੇ? ਜੋ ਸਾਡੀ ਆਤਮਿਕ ਮੌਤ ਦਾ ਕਾਰਨ ਬਣਦੇ ਨੇ, ਜਿਹੜੇ ਕੰਮ ਕਰਨ ਨਾਲ ਸਾਡੀ ਜ਼ਮੀਰ ਮਰ ਜਾਂਦੀ ਹੈ, ਸਾਡੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਆ ਕਾਮ, ਕ੍ਰੋਧ, ਲੋਭ ਆਦਿਕ ਇਹ ਜਮਦੂਤ ਨੇ, ਔਰ ਇਹ ਸਾਡੀ ਆਤਮਿਕ ਮੌਤ ਦਾ ਕਾਰਨ ਬਣਦੇ ਨੇ। ਜ਼ਮੀਰ ਮਰਦੀ ਹੈ। ਹੁਣ ਮੇਰੀ ਜ਼ਮੀਰ ਮਰੇਗੀ ਤਾਂ ਹੀ ਮੈਂ ਚੋਰੀ ਕਰਾਂਗਾ, ਵੈਸੇ ਤਾਂ ਨਹੀਂ। ਜ਼ਮੀਰ ਜਿੰਦਾ ਵਾਲਾ ਬੰਦਾ ਤੇ ਚੋਰੀ ਕਰਦੇ ਹੀ। ਮੈਂ ਤੁਹਾਡੇ ਨਾਲ ਈਰਖਾ ਜਾਂ ਜੈਲਸੀ ਤਾਂ ਹੀ ਕਰਾਂਗਾ ਜੇ ਮੇਰੀ ਜ਼ਮੀਰ ਮਰੇਗੀ। ਜਿੰਦਾ ਜ਼ਮੀਰ ਵਾਲਾ ਬੰਦਾ ਜੈਲਸੀ ਥੋੜਾ ਕਰੇਗਾ। ਤੁਸੀਂ ਜ਼ਮੀਨ ਖਰੀਦ ਲਈ, ਤੁਸੀਂ ਵੱਡੀ ਕੋਠੀ ਖਰੀਦ ਲਈ, ਤੁਸੀਂ ਮਰਸਡੀਜ਼ ਕਾਰ ਜਾਂ ਹੋਰ ਫੈਕਟਰੀ ਕਾਰਖਾਨੇ ਲਗਾ ਲਏ, ਤੇ ਮੈਂ ਐਵੇਂ ਹੀ ਸੜਦਾ ਫਿਰਨਾ ਤਾਂ ਹੀ ਸੜਾਂਗਾ ਨਾ। ਜ਼ਮੀਰ ਮਰੇਗੀ, ਤੁਹਾਡੀ ਮਿਹਨਤ ਤੇ ਮੈਨੂੰ ਖੁਸ਼ ਹੋਣਾ ਚਾਹੀਦਾ, ਮੈਨੂੰ ਸਗੋਂ ਵਧਾਈਆਂ ਦੇਣੀਆਂ ਚਾਹੀਦੀਆਂ। ਲੇਕਿਨ ਜ਼ਮੀਰ ਮਰੇਗੀ ਤੇ ਈਰਖਾ ਕਰਾਂਗਾ ਨਾ। ਇਸ ਲਈ ਇਹ ਜਮ ਨੇ ਸਾਰੇ, ਈਰਖਾ, ਵੈਰ, ਵਿਰੋਧ, ਹੰਕਾਰ ਆਦਿਕ। ਜਿਹੜਾ ਬੰਦਾ ਰੱਬ ਦੇ ਪਿਆਰਿਆਂ ਦੀ ਸੰਗਤ ਕਰਦਾ ਹੈ ਉਹਦੇ ਨੇੜੇ ਫਿਰ ਇਹ ਜਮ ਨਹੀਂ ਆਉਂਦੇ, ਇਹ ਵਿਕਾਰ ਨਹੀਂ ਹੁੰਦੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ। ਜਿੱਥੇ ਸੱਚ ਹੋਏਗਾ,
ਝੂਠ ਨੇੜੇ ਨਹੀਂ ਲੱਗੇਗਾ। ਜਿਹਦੇ ਅੰਦਰ ਪ੍ਰੇਮ ਦਾ ਦਰਿਆ ਵਗ ਰਿਹਾ ਹੈ ਉੱਥੇ ਈਰਖਾ ਨਜ਼ਦੀਕ ਨਹੀਂ ਜਾਏਗੀ। ਫਿਰ ਬਹੁੜ ਨਾ ਮਰੀਏ, ਤੇ ਜਿਹੜਾ ਰੱਬ ਦੇ ਪਿਆਰਿਆਂ ਦੀ ਸੰਗਤ ਕਰਦਾ ਹੈ, ਯਾਨੀ ਇਸ ਰਾਹ ਤੇ ਤੁਰਦਾ ਹੈ, ਮੁੜ ਕੇ ਮਰਦਾ ਨਹੀਂ। ਮਰਦਾ ਦਾ ਮਤਲਬ ਇਹ ਨਹੀਂ ਕਿ ਸਰੀਰ ਕਰਕੇ ਨਹੀਂ ਮਰਦਾ, ਉਹਦੀ ਆਤਮਕ ਮੌਤ ਨਹੀਂ ਹੁੰਦੀ, ਉਹਦੀ ਜ਼ਮੀਰ ਨਹੀਂ ਮਰਦੀ। ਸਰੀਰ ਕਰਕੇ ਭਾਵੇਂ ਉਹਨੂੰ ਆਰਿਆਂ ਦੇ ਨਾਲ ਚੀਰ ਦਿਓ, ਨੀਹਾਂ ਵਿੱਚ ਚਿਣ ਦਿਓ, ਚਰਖੜੀਆਂ ਤੇ ਚੜਾ ਕੇ ਤੂੰਬੇ ਤੂੰਬੇ ਉਡਾ ਦਿਓ, ਦੇਗਾਂ ਵਿੱਚ ਉਬਾਲ ਦਿਓ, ਲੇਕਿਨ ਉਹਦੀ ਜ਼ਮੀਰ ਨਹੀਂ ਮਰਦੀ, ਉਹਦੇ ਅੰਦਰੋਂ ਇਨਸਾਨੀਅਤ ਨਹੀਂ ਮਰਦੀ। ਜੋ ਰੱਬੀ ਰਾਹ ਤੇ ਤੁਰਦਾ ਹੈ ਉਹਦੇ ਨਜ਼ਦੀਕ ਵਿਕਾਰ ਨਹੀਂ ਹੁੰਦੇ ਔਰ ਮੁੜ ਕੇ ਉਹਦੀ ਕਦੇ ਆਤਮਕ ਮੌਤ ਨਹੀਂ ਹੁੰਦੀ। ਭਵਸਾਗਰ ਸੰਸਾਰ ਬਿਖ ਸੋ ਪਾਰ ਉਤਰੀਏ। ਬਿਖ ਦਾ ਮਤਲਬ ਜ਼ਹਿਰ, ਭਵਸਾਗਰ ਦਾ ਮਤਲਬ ਦੁੱਖਾਂ ਦਾ ਸਾਗਰ ਜਿਹੜਾ ਹੈ। ਭਵਸਾਗਰ ਸੰਸਾਰ ਬਿਖ, ਕਿ ਜੋ ਜ਼ਹਿਰ ਰੂਪ ਸੰਸਾਰ ਸਮੁੰਦਰ ਹੈ, ਸੋ ਪਾਰ ਉਤਰੀਏ ਦਾ ਮਤਲਬ ਉਹਨੂੰ ਪਾਰ ਲੰਘ ਜਾਈਦਾ। ਜ਼ਹਿਰ ਰੂਪ ਸੰਸਾਰ ਸਮੁੰਦਰ, ਤੇ ਉਹ ਜ਼ਹਿਰ ਜਿਹੜੀ ਹੈ ਕਿੱਥੇ ਭਰੀ ਹੈ? ਜੇ ਕਹੀਏ ਕਿ ਬਾਹਰ ਕੋਈ ਜ਼ਹਿਰ ਦਾ ਸਮੁੰਦਰ ਹੈ ਤਾਂ ਇਹੋ ਜਿਹਾ ਤਾਂ ਨਹੀਂ ਹੈ। ਸਮੁੰਦਰ ਤੁਹਾਨੂੰ ਪਾਣੀ ਦਾ ਤੇ ਮਿਲ ਜਾਏਗਾ, ਤੇ ਚਾਰ ਚਫੇਰੇ ਤੇ ਸਾਡੇ ਸਮੁੰਦਰ ਨਹੀਂ ਹੈ ਨਾ, ਤੇ ਉਹ ਸਮੁੰਦਰ ਕਿੱਥੇ ਹੈ? ਸਮੁੰਦਰ ਸਾਡੀ ਖੋਪਰੀ ਵਿੱਚ, ਸਾਡੀ ਸੋਚ ਅੰਦਰ, ਸਾਡੇ ਦਿਮਾਗ ਵਿੱਚ, ਸਾਡੇ ਮਨ ਵਿੱਚ, ਕੋਈ ਵੀ ਸ਼ਬਦ ਵਰਤ ਲਓ, ਸਾਡੇ ਅੰਦਰ ਕਹਿ ਲਓ, ਹਿਰਦੇ ਵਿੱਚ ਕਹਿ ਲਓ, ਸੋਚ ਵਿੱਚ ਕਹਿ ਲਓ, ਜਿਵੇਂ ਵੀ ਕਿਸੇ ਨੂੰ ਸਮਝ ਆ ਜਾਏ, ਯਾਨੀ ਮਾਨਸਿਕਤਾ ਦੇ ਅੰਦਰ ਹੀ ਹੈ ਨਾ ਜ਼ਹਿਰ। ਸਾਡੇ ਦਿਮਾਗ ਦੇ ਅੰਦਰ, ਸਾਡੇ ਮਨ ਦੇ ਅੰਦਰ ਜ਼ਹਿਰ ਭਰੀ ਪਈ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੇ ਸਾਡੇ ਮਨ ਵਿੱਚ ਹੀ ਨੇ। ਗੁਰੂ ਜੀ ਦਾ ਪਾਵਨ ਬਚਨ ਹੈ ਨਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਇਹ ਔਗਣ ਨੇ ਸਾਡੇ ਅੰਦਰ। ਤਾਂ ਗੁਰੂ ਜੀ ਕਹਿੰਦੇ ਨੇ ਜੇ ਅਸੀਂ ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ ਨਾ, ਉਹਨਾਂ ਰਾਹਾਂ ਤੇ ਤੁਰੀਏ ਜਿਨ੍ਹਾਂ ਰਾਹਾਂ ਤੇ ਗੁਰੂ ਪਿਆਰੇ ਤੁਰਦੇ ਨੇ, ਤੇ ਇਹ ਸੰਸਾਰ ਸਮੁੰਦਰ ਨੂੰ ਤਰ ਜਾਈਦਾ ਹੈ, ਇਹ ਜ਼ਹਿਰੀਲੇ ਸਾਗਰ ਨੂੰ ਤਰ ਜਾਈਦਾ ਹੈ, ਇਹ ਜ਼ਹਿਰੀਲੀ ਸੋਚ ਤੋਂ ਪਾਰ ਨਿਕਲ ਜਾਈਦਾ ਹੈ, ਵਿਕਾਰਾਂ ਵਾਲੀ ਸੋਚ ਤੋਂ ਪਾਰ ਨਿਕਲ ਜਾਈਦਾ ਹੈ। ਹਰ ਗੁਣ ਗੁੰਫੋ ਮਨ ਮਾਲ, ਹਰ ਸਭ ਮਲ ਪਰ ਹਰੀਏ। ਗੁੰਫੋ ਦਾ ਮਤਲਬ ਗੁੰਦੋ, ਜਿਵੇਂ ਆ ਗੁੱਤ ਨਹੀਂ ਗੁੰਦੀ ਦੀ, ਫੁੱਲਾਂ ਦੀ ਮਾਲਾ ਗੁੰਦੀ ਦੀ ਹੈ, ਗੁੰਦਣਾ ਕਿਸੇ ਚੀਜ਼ ਨੂੰ। ਹਰ ਗੁਣ ਗੁੰਫੋ ਮਨ ਮਾਲ ਹਰ, ਗੁੰਦੋ ਮਨ ਦਾ ਮਤਲਬ ਮਨ ਵਿੱਚ, ਪਰ ਹਰੀਅਤ ਦਾ ਮਤਲਬ ਦੂਰ ਹੋ ਜਾਂਦੀ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਨੂੰ ਮਿਲ ਕੇ ਪ੍ਰਭੂ ਦੇ ਗੁਣਾਂ ਦੀ ਮਾਲਾ ਗੁੰਦੋ, ਆਪਣੇ ਪ੍ਰਭੂ ਦੇ ਗੁਣਾਂ ਦੀ ਮਾਲਾ ਗੁੰਦੋ। ਹੁਣ ਗੁੰਦੀ ਦੀ ਕਿਉਂ ਚੀਜ਼, ਅਸੀਂ ਵਾਲਾਂ ਨੂੰ ਕਿਉਂ ਗੁੰਦਨੇ ਆ, ਜੂੜਾ ਕਿਉਂ ਗੁੰਦਨੇ ਆ, ਗੁੱਤ ਕਿਉਂ ਕਰਦੇ ਆ? ਵਾਲ ਖਿਲਰਦੇ ਨਹੀਂ ਨਾ, ਇਕੱਠੇ ਰਹਿੰਦੇ ਨੇ, ਤੇ ਜੇ ਵਾਲਾਂ ਨੂੰ ਗੁੰਦ ਕੇ ਰੱਖੀਏ ਤੇ ਵੱਧਦੇ ਵੀ ਜ਼ਿਆਦਾ। ਹੁਣ ਕਈ ਲੋਕ ਨੇ ਗੁੰਦਦੇ ਨੇ ਮਾਲਾ ਅਲਿਖ, ਤੇ ਗਲਾਂ ਦੇ ਵਿੱਚ ਫੁੱਲਾਂ ਦੀ ਮਾਲਾ ਪਾ ਲਈ। ਅੱਜ ਕੱਲ ਸੋਨੇ ਦੀਆਂ ਲੋਕ ਚੈਨਾਂ ਪਾਉਂਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰੱਬੀ ਗੁਣਾਂ ਦੀ ਮਾਲਾ ਗੁੰਦੋ ਆਪਣੇ ਮਨ ਦੇ ਅੰਦਰ, ਜਿਸ ਕਰਕੇ ਉਹ ਰੱਬੀ ਗੁਣ ਖਿਲਰਨ ਨਾ, ਤੁਹਾਡੇ ਅੰਦਰ ਪਲਰਨ। ਪ੍ਰਭੂ ਦੇ ਗੁਣਾਂ ਦੀ ਮਾਲਾ ਗੁੰਦੋ, ਆਪਣੇ ਮਨ ਦੇ ਵਿੱਚ ਉਹਨਾਂ ਨੂੰ ਪ੍ਰਭੂ ਆਪਣੇ ਮਨ ਦੇ ਨਾਲ ਗੂੰਦ ਦਿਓ, ਜਿਸ ਕਰਕੇ ਉਹ ਤੁਹਾਡੇ ਮਨ ਤੋਂ ਦੂਰ ਨਾ ਜਾਣ। ਉਹਦੇ ਨਾਲ ਕੀ ਹੋਏਗਾ? ਸਭ ਮਲ ਪਰ ਹਰੀਏ। ਇਸ ਤਰ੍ਹਾਂ ਕਰਨ ਦੇ ਨਾਲ ਜੋ ਸਾਰੀ ਮੈਲ ਹੈ ਉਹ ਦੂਰ ਹੋ ਜਾਂਦੀ ਹੈ ਵਿਕਾਰਾਂ ਦੀ। ਜਿਵੇਂ ਜਿਵੇਂ ਆਪਣੇ ਮਨ ਵਿੱਚ ਗੁਣ ਵਸਾਓਗੇ ਨਾ, ਔਗਣਾਂ ਦੀ ਮੈਲ ਆਪੇ ਦੂਰ ਹੋ ਜਾਏਗੀ। ਹੁਣ ਅਸੀਂ ਆਮ ਸਵਾਲ ਕਰਦੇ ਹਾਂ ਕਿ ਬੰਦਾ ਲੋਭ ਤੋਂ, ਕ੍ਰੋਧ ਤੋਂ ਛੁਟਕਾਰਾ ਕਿਵੇਂ ਪਾਏ? ਉਹਦਾ ਇੱਕੋ ਹੀ ਸਾਧਨ ਹੈ ਕਿ ਜੇ ਅਸੀਂ ਔਗਣਾਂ ਤੋਂ ਛੁਟਕਾਰਾ ਪਾਣਾ ਚਾਹੁੰਦੇ ਹਾਂ, ਈਰਖਾ ਤੋਂ, ਮੰਨ ਲਓ ਜੈਲਸੀ ਮੇਰਾ ਸੁਭਾਅ ਹੈ, ਜੈਲਸੀ ਵਾਲਾ, ਈਰਖਾ ਕਰਨ ਵਾਲਾ, ਤਾਂ ਇਹਦੇ ਤੋਂ ਮੈਂ ਛੁਟਕਾਰਾ ਕਿਵੇਂ ਪਾਵਾਂ? ਇਹਦੇ ਤੋਂ ਛੁਟਕਾਰਾ ਪਾਉਣ ਦਾ ਇੱਕੋ ਹੀ ਸਾਧਨ ਹੈ ਕਿ ਮੈਂ ਪ੍ਰੇਮ ਕਰਨਾ ਸ਼ੁਰੂ ਕਰਾਂ, ਹਰ ਇੱਕ ਦੇ ਨਾਲ ਪਿਆਰ ਵਾਲਾ ਵਿਹਾਰ ਵਰਤਾਵ ਕਰਾਂ। ਜਦੋਂ ਮੈਂ ਪਿਆਰ ਵਾਲਾ ਵਿਹਾਰ ਕਰਾਂਗਾ ਤਾਂ ਈਰਖਾ ਆਪ ਹੀ ਖਤਮ ਹੋ ਜਾਏਗੀ। ਹਨੇਰੇ ਨੂੰ ਦੂਰ ਕਰਨ ਦਾ ਕੀ ਸਾਧਨ ਹੈ ਕਿ ਲਾਈਟ ਔਨ ਕਰ ਦੋ, ਹਨੇਰਾ ਆਪੇ ਦੂਰ ਹੋ ਜਾਏਗਾ। ਝੂਠ ਤੋਂ ਛੁਟਕਾਰੇ ਦਾ ਕੀ ਸਾਧਨ ਹੈ? ਸੱਚ ਬੋਲਣਾ ਸ਼ੁਰੂ ਕਰ ਦਿਓ, ਝੂਠ ਆਪੇ ਖਤਮ ਹੋ ਜਾਏਗਾ। ਪ੍ਰੇਮ ਨਾਲ ਰਹਿਣਾ ਸ਼ੁਰੂ ਕਰ ਦਿਓ, ਲੜਾਈ ਆਪੇ ਮੁੱਕ ਜਾਏਗੀ।
ਇਸ ਲਈ ਗੁਰੂ ਜੀ ਕਹਿੰਦੇ ਨੇ ਰੱਬੀ ਗੁਣਾਂ ਦੀ ਮਾਲਾ ਗੁੰਦੋ, ਆਪਣੇ ਮਨ ਦੇ ਅੰਦਰ ਪਰੋਵੋ। ਇਸ ਤਰ੍ਹਾਂ ਕਰਨ ਦੇ ਨਾਲ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਇਸ ਸਮਾਜ ਦੇ ਵਿੱਚੋਂ ਵਿਕਾਰਾਂ ਦੀ ਮੈਲ ਦੂਰ ਹੋਵੇ ਔਰ ਹਰ ਇਨਸਾਨ ਦਾ ਹਿਰਦਾ, ਹਰ ਇਨਸਾਨ ਦੀ ਸੋਚ ਪਵਿੱਤਰ ਹੋਵੇ, ਤਾਂ ਫਿਰ ਸਾਨੂੰ ਚਾਹੀਦਾ ਹੈ ਅਸੀਂ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਤੇ ਕਿਸੇ ਦੂਜੇ ਦੀ ਵੇਟ ਨਾ ਕਰੀਏ ਕਿ ਦੂਜਾ ਬੰਦਾ ਸ਼ੁਰੂ ਕਰੇਗਾ ਤੇ ਫਿਰ, ਕਿਉਂਕਿ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਕਿ ਭਾਜੀ ਅਸੀਂ ਤੇ ਸਾਰਾ ਕੁਝ ਕਰੀਏ ਤੇ ਜੇ ਅਗਲਾ ਨਾ ਕਰੇ। ਇਹ ਸਵਾਲ ਸਾਰੇ ਕਰਦੇ ਨੇ ਕਿ ਜੇ ਮੈਂ ਤੇ ਇੰਨਾ ਕੁਝ ਕਰਾਂ ਜੇ ਅਗਲਾ ਨਾ ਕਰੇ। ਜਦੋਂ ਅਸੀਂ ਇਹ ਗੱਲ ਕਹਿ ਰਹੇ ਹੁੰਦੇ ਨਾ ਕਿ ਜੇ ਅਗਲਾ ਨਾ ਕਰੇ, ਤਾਂ ਇਹਦਾ ਮਤਲਬ ਅਸੀਂ ਵੀ ਨਹੀਂ ਕਰਨਾ ਚਾਹੁੰਦੇ, ਮੇਰਾ ਵੀ ਮੂਡ ਨਹੀਂ ਹੈ ਚੰਗਾ ਕੰਮ ਕਰਨ ਦਾ, ਕਿਉਂਕਿ ਜੇ ਅਗਲਾ ਨਾ ਕਰੇ ਇਹਦਾ ਮਤਲਬ ਵੀ ਮੈਂ ਵੀ ਨਹੀਂ ਕਰਨਾ, ਮੈਂ ਵੀ ਨਹੀਂ ਕਰਨਾ ਚਾਹੁੰਦਾ। ਤਾਂ ਜੇ ਤੁਸੀਂ ਵੀ ਨਹੀਂ ਕਰੋਗੇ ਫਿਰ ਤੁਹਾਡੀ ਵੀ ਮੈਲ ਦੂਰ ਨਹੀਂ ਨਾ ਹੋਵੇਗੀ। ਅਗਲੇ ਦੀ ਚਿੰਤਾ ਛੱਡੋ ਕਿ ਅਗਲਾ ਕੀ ਕਰਦਾ ਹੈ ਕੀ ਨਹੀਂ ਕਰਦਾ, ਉਹਦੀ ਪ੍ਰੋਬਲਮ ਹੈ। ਫਿਲਹਾਲ ਤੁਸੀਂ ਆਪਣੇ ਵੱਲ ਧਿਆਨ ਦਿਓ, ਤੁਸੀਂ ਆਪ ਐਸੇ ਬਣੋ, ਆਪਣੇ ਆਪੇ ਨੂੰ ਹਰ ਬੰਦਾ ਸੁਧਾਰੇ। ਮੈਂ ਸੁਧਾਰਾਂ, ਤੁਸੀਂ ਸੁਧਾਰੋ, ਹੋਰ ਸੁਧਾਰਨ। ਜਿਵੇਂ ਮੇਰੀ ਮੈਲ ਖਤਮ ਹੋਏਗੀ ਤਾਂ ਹੋ ਸਕਦਾ ਮੇਰੇ ਵੱਲ ਵੇਖ ਕੇ ਕੋਈ ਦੂਜਾ ਵੀ ਬਦਲਣਾ ਚਾਹੇ। ਹੁਣ ਜੇ ਅਸੀਂ ਕਹੀਏ ਵੀ ਕੱਪੜੇ ਭਾਈ ਸਾਹਿਬ ਤੁਸੀਂ ਧੋ ਲਓ, ਮੈਨੂੰ ਤੁਸੀਂ ਕਹੋ ਕਿ ਵੀਰ ਤੁਹਾਡੇ ਕੱਪੜੇ ਮੈਲੇ ਨੇ, ਧੋ ਲਓ, ਤੇ ਮੈਂ ਕਹਾਂ ਮੈਂ ਤੇ ਧੋ ਲਵਾਂ, ਤੇ ਜੇ ਮੇਰੇ ਘਰ ਦੇ ਬਾਕੀ ਜੀ ਜਾਂ ਸਾਡੇ ਗੁਆਂਢੀ ਨਾ ਧੋਣ, ਫਿਰ ਜੇ ਗੁਆਂਢੀ ਧੋਣਗੇ ਤੇ ਮੈਂ ਤਾਂ ਧੋਵਾਂਗਾ। ਕਦੀ ਅਸੀਂ ਐਵੇਂ ਨਹੀਂ ਨਾ ਕਰਦੇ ਵੀ ਗੁਆਂਢੀ ਕੱਪੜੇ ਧੋਣਗੇ ਤੇ ਸਾਨੂੰ ਮੈਲੇ ਕੱਪੜੇ ਲੱਗਦੇ ਨੇ, ਅਸੀਂ ਕੱਪੜੇ ਧੋ ਲੈਂਦੇ ਹਾਂ। ਅਸੀਂ ਕਦੀ ਇਹ ਕਿਹਾ ਵੀ ਗੁਆਂਢੀ ਨਹਾਣਗੇ ਤੇ ਫਿਰ ਅਸੀਂ ਨਹਾਵਾਂਗੇ, ਗੁਆਂਢੀ ਰੋਟੀ ਖਾਣਗੇ ਤੇ ਤਾਂ ਅਸੀਂ ਖਾਵਾਂਗੇ, ਬਾਕੀ ਕੰਮ ਅਸੀਂ ਆਪਣੇ ਕਰਦੇ ਹਾਂ ਨਾ ਆਪ। ਤਾਂ ਇਸ ਕਰਕੇ ਦੂਜੇ ਵੱਲ ਸੋਚਣ ਦੀ ਲੋੜ ਨਹੀਂ ਕਿ ਦੂਜਾ ਗੁਣਾਂ ਦਾ ਧਾਰਨੀ ਹੋਏਗਾ ਤਾਂ ਮੈਂ ਹੋਵਾਂਗਾ ਨਾ। ਆਪਣੇ ਤੋਂ ਸ਼ੁਰੂ ਕਰੋ। ਕੱਲ ਜਿਹੜੀ ਚੀਜ਼ ਸ਼ੁਰੂ ਕਰਨੀ ਅੱਜ ਹੀ ਕਰੋ, ਜਿਹੜੀ ਅੱਜ ਕਰਨੀ ਹੈ ਹੁਣੇ ਹੀ ਕਰੋ। ਕਾਲ ਕਰਨ ਤਾਂ ਅਬਹਿ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਤੁਸੀਂ ਗੁਣਾਂ ਦੇ ਧਾਰਨੀ ਹੋਗੇ, ਆਨੰਦ ਮਾਣੋਗੇ, ਹੁਣੇ ਹੀ ਖੁਸ਼ੀਆਂ ਮਾਣੋਗੇ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਰੱਬੀ ਗੁਣਾਂ ਦੀ ਮਾਲਾ ਗੁੰਦੋ ਮਨ ਵਿੱਚ, ਇਹਦੇ ਨਾਲ ਸਾਰੀ ਮੈਲ ਦੂਰ ਹੋ ਜਾਂਦੀ ਹੈ। ਨਾਨਕ ਪ੍ਰੀਤਮ ਮਿਲ ਰਹੇ, ਪਾਰ ਬ੍ਰਹਮ ਨਰ ਹਰੀਏ। ਨਰ ਹਰੀਏ ਦਾ ਮਤਲਬ ਕਰਤਾਰ, ਨਰ ਹਰ, ਨਰਾਂ ਦਾ ਮਾਲਕ ਪ੍ਰਭੂ। ਪ੍ਰੀਤਮ ਦਾ ਮਤਲਬ ਪਿਆਰਾ। ਤਾਂ ਜਿਨ੍ਹਾਂ ਨੇ ਇਹ ਮਾਲਾ ਗੁੰਦੀ ਹੁੰਦੀ ਹੈ ਗੁਣਾਂ ਦੀ, ਜੋ ਪੌੜੀ ਦੇ ਵਿੱਚ ਪਿੱਛੇ ਵਿਚਾਰ ਕੀਤੀ ਗਈ ਹੈ, ਜੋ ਚੰਗੇ ਮਨੁੱਖਾਂ ਦੀ ਸੰਗਤ ਕਰਦੇ ਨੇ, ਸਤਸੰਗ ਵਿੱਚ ਜਾਂਦੇ ਨੇ, ਗੁਰੂ ਦੀ ਸ਼ਰਨ ਜੋ ਜਾਂਦੇ ਨੇ, ਜਿਹੜੇ ਵਿਕਾਰਾਂ ਦਾ ਤਿਆਗ ਕਰ ਦਿੰਦੇ ਨੇ, ਜੋ ਗੁਣਾਂ ਦੇ ਧਾਰਨੀ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਕੀ ਹੁੰਦਾ ਹੈ, ਉਹ ਪਾਰ ਬ੍ਰਹਮ ਨੂੰ ਮਿਲੇ ਰਹਿੰਦੇ ਨੇ। ਨਾਨਕ ਪ੍ਰੀਤਮ ਮਿਲ ਰਹਿ, ਮਿਲ ਰਹਿ ਦਾ ਮਤਲਬ ਹਰ ਵਕਤ ਮਿਲੇ ਰਹਿੰਦੇ ਨੇ। ਪਾਰ ਬ੍ਰਹਮ ਨਰ ਹਰੀਏ ਦਾ ਮਤਲਬ ਰੱਬ ਨੂੰ, ਉਹ ਪਿਆਰੇ ਪ੍ਰਭੂ ਦੇ ਅੰਦਰ ਹਰ ਵਕਤ ਮਿਲੇ ਰਹਿੰਦੇ ਨੇ। ਇੱਕ ਪਲ ਵੀ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ, ਇੱਕ ਪਲ ਵੀ ਵਿਛੋੜਾ ਨਹੀਂ ਹੈ। ਹਰ ਪਲ ਉਸ ਪ੍ਰਭੂ ਦੇ ਨਾਲ ਮਿਲੇ ਰਹਿੰਦੇ ਨੇ, ਜਿਹੜੇ ਸ਼ੁਭ ਗੁਣਾਂ ਦੀ ਮਾਲਾ ਗੁੰਦਦੇ ਨੇ। ਤਾਂ ਦੇਖੋ ਕਿੰਨਾ ਸੌਖਾ ਰਾਸਤਾ ਹੈ ਪ੍ਰਭੂ ਨੂੰ ਮਿਲਣ ਦਾ। ਜਦੋਂ ਮਰਜੀ ਕਿਸੇ ਵੀ ਵਕਤ ਕੋਈ ਵੀ ਇਨਸਾਨ ਐਸੀ ਜ਼ਿੰਦਗੀ ਸ਼ੁਰੂ ਕਰ ਸਕਦਾ ਹੈ। ਸ਼ਲੋਕ ਮਹਿਲਾ ਪੰਜਵਾਂ। ਨਾਨਕ ਆਏ ਸੇ ਪ੍ਰਵਾਨ ਹੈ, ਜਿਨ ਹਰ ਉਠਾ ਚਿਤ। ਇਹਨੂੰ ਹੈ ਨਹੀਂ ਪੜਨਾ, ਹੈ ਪੜਨਾ ਹੈ। ਜੇ ਤਾਂ ਇੱਕ ਦੀ ਗੱਲ ਹੁੰਦੀ ਨਾ ਤਾਂ ਫਿਰ ਪੜਨਾ ਸੀ ਆਇਆ ਪ੍ਰਵਾਨ ਹੈ, ਫਿਰ ਸ਼ਬਦ ਹੋਣਾ ਸੀ ਆਇਆ, ਤੇ ਸੇ ਦੀ ਜਗ੍ਹਾ ਸ਼ਬਦ ਹੋਣਾ ਸੀ ਸਾ। ਇੱਥੇ ਸੇ ਸ਼ਬਦ ਵੀ ਪਲੂਰਲ ਹੈ, ਆਏ ਵੀ ਪਲੂਰਲ ਹੈ, ਇਸ ਲਈ ਹੈ ਸ਼ਬਦ ਪਲੂਰਲ ਕਰਕੇ ਬੋਲਣਾ ਪਏਗਾ, ਹੈ। ਨਾਨਕ ਆਏ ਸੇ ਪ੍ਰਵਾਨ ਹੈ, ਜਿਨ ਹਰ ਉਠਾ ਚਿਤ। ਉਠਾ ਦਾ ਮਤਲਬ ਵਸਿਆ, ਜਿਨ੍ਹਾਂ ਦੇ ਹਿਰਦੇ ਵਿੱਚ, ਜਿਨ੍ਹਾਂ ਦੀ ਸੋਚ ਮੈਂਟੈਲਿਟੀ ਦੇ ਅੰਦਰ ਰੱਬ ਵਸ ਗਿਆ ਹੈ। ਰੱਬ ਵਸਣ ਦਾ ਮਤਲਬ ਰੱਬੀ ਗੁਣ ਵਸ ਗਏ ਨੇ, ਉਹ ਇਸ ਸੰਸਾਰ ਦੇ ਉੱਤੇ ਆਏ ਪ੍ਰਵਾਨ ਨੇ। ਉਹਨਾਂ ਦਾ ਆਉਣਾ ਮੁਬਾਰਕ ਹੈ, ਸ਼ਾਬਾਸ਼ ਉਹਨਾਂ ਦੀ ਜ਼ਿੰਦਗੀ ਦੇ, ਉਹਨਾਂ ਦਾ ਆਉਣਾ ਸਫਲਾ ਹੈ, ਉਹਨਾਂ ਦਾ ਆਉਣਾ ਮੁਬਾਰਕ ਹੈ। ਅਸਲੀ ਉਹ ਆਏ ਨੇ, ਨਹੀਂ ਤਾਂ ਆਉਣ ਨੂੰ ਤੇ ਪਸ਼ੂ ਵੀ ਨੇ। ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ਤੋਰ। ਆਉਣ ਨੂੰ ਤਾਂ ਖੋਤੇ ਵੀ ਆਏ ਨੇ ਦੁਨੀਆ ਤੇ, ਗਾਵਾਂ ਮੱਝਾਂ ਵੀ ਆਈਆਂ ਨੇ, ਚਿੜੀਆਂ ਕਬੂਤਰ ਵੀ ਆਏ ਨੇ, ਕੁੱਤੇ ਬਿੱਲੇ ਵੀ ਆਏ ਨੇ, ਆਮ ਬੰਦੇ ਆਏ ਨੇ। ਆਉਣ ਨੂੰ ਤਾਂ ਬਹੁਤ ਕੁਛ ਆਇਆ ਨਾ, ਲੇਕਿਨ ਆਉਣਾ ਉਹਨਾਂ ਦਾ ਸਫਲਾ ਹੈ
ਜਿਨ੍ਹਾਂ ਦੀ ਹਿਰਦੇ ਵਿੱਚ, ਜਿਨ੍ਹਾਂ ਦੀ ਮੈਂਟੈਲਿਟੀ ਦੇ ਅੰਦਰ ਰੱਬੀ ਗੁਣ ਵਸ ਗਏ ਨੇ। ਗਾਲੀ ਅਲ ਪਲਾਲੀਆਂ ਕੰਮ ਨਾ ਆਵੇਂ ਮਿੱਤ, ਇਹਨੂੰ ਗਾਲੀ ਬਿੰਦੀ ਲਗਾ ਕੇ, ਗਾਲੀ ਦਾ ਮਤਲਬ ਗੱਲਾਂ, ਗਾਲੀ, ਅਲ ਪਲਾਲੀਆਂ ਫੋਕੀਆਂ ਗੱਲਾਂ, ਫਜ਼ੂਲ, ਊਲ ਜਲੂਲ ਜਿਹਨੂੰ ਕਹਿੰਦੇ ਨਾ, ਅਲ ਪਲਾਲੀਆਂ ਊਲ ਜਲੂਲ ਫੋਕੀਆਂ ਗੱਲਾਂ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਪ੍ਰਵਾਨ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਵਸ ਗਿਆ। ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ, ਗਾਲੀ ਅਲ ਪਲਾਲੀਆਂ ਊਲ ਜਲੂਲ ਗੱਲਾਂ ਫੋਕੀਆਂ ਕਿਸੇ ਕੰਮ ਨਹੀਂ ਆਉਂਦੀਆਂ। ਕੰਮ ਨਾ ਆਵੇਂ ਮਿੱਤ, ਇਹ ਮਿੱਤਰ ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ। ਔਰ ਹਕੀਕਤ ਦੇਖੋ, ਗੱਲਾਂ ਤਾਂ ਮੈਂ ਵੀ ਕਰੀ ਜਾ ਰਿਹਾ ਲਗਾਤਾਰ, ਗੱਲਾਂ ਤਾਂ ਕੰਮ ਨਹੀਂ ਨਾ ਆਉਣਗੀਆਂ। ਕੰਮ ਸਾਡੇ ਆਉਣਾ ਹੈ ਜੇ ਇਹਨਾਂ ਚੀਜ਼ਾਂ ਨੂੰ ਮੈਂ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਾਂਗਾ। ਗੱਲਾਂ ਨਹੀਂ ਕੰਮ ਆਉਂਦੀਆਂ। ਜੇ ਤੁਸੀਂ ਕਹੋ ਵੀ ਪਰੌਂਠੇ ਖਾਣ ਨਾਲ ਭੁੱਖ ਮਿਟਦੀ ਹੈ, ਪਰੌਂਠੇ ਖਾਣ ਨਾਲ ਭੁੱਖ ਮਿਟਦੀ ਹੈ, ਪਰੌਂਠੇ ਖਾਣ ਨਾਲ ਭੁੱਖ ਮਿਟਦੀ ਹੈ, ਤੇ ਨਾ ਪਰੌਂਠੇ ਬਣਾਓ ਤੇ ਨਾ ਖਾਓ ਤੇ ਭੁੱਖ ਥੋੜਾ ਮਿਟ ਚੱਲੀ ਹੈ। ਪਾਣੀ ਪੀਣ ਨਾਲ ਪਿਆਸ ਮਿਟਦੀ ਹੈ, ਪਾਣੀ ਪੀਣ ਨਾਲ ਪਿਆਸ ਮਿਟਦੀ ਹੈ, ਕਰੀ ਜਾਓ ਸਾਰਾ ਦਿਨ, ਪਾਣੀ ਨਾ ਪੀਓ ਤੇ ਪਿਆਸ ਥੋੜਾ ਮਿਟੇਗੀ। ਗੱਲਾਂ ਨਾਲ ਰੱਬ ਥੋੜਾ ਮਿਲੇਗਾ, ਗੱਲਾਂ ਕੰਮ ਥੋੜੀ ਹੋਣਗੀਆਂ। ਊਲ ਜਲੂਲ ਗੱਲਾਂ ਮਾਰੀ ਜਾਓ, ਜੋ ਮਰਜੀ ਕਹੀ ਜਾਓ। ਸੱਚ ਬੋਲਣਾ ਚਾਹੀਦਾ ਹੈ, ਧਰਮ ਵਾਲੀ ਜ਼ਿੰਦਗੀ ਜੀਣੀ ਚਾਹੀਦੀ ਹੈ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ ਚਾਹੀਦੀ ਹੈ। ਤੇ ਜੇ ਪੁੱਛੀਏ ਤੁਸੀਂ ਕਿੱਥੇ ਚੱਲੇ ਹੋ, ਮੈਂ ਚੱਲਿਆ ਜੀ ਸ਼ਰਾਬ ਤੋਂ ਬੋਤਲ ਲੈਣ, ਠੇਕੇ ਤੋਂ, ਤੇ ਗੱਲ ਕਰ ਰਿਹਾ ਗੁਰਮਤਿ ਦੀ, ਗੁਰਮਤਿ ਕਰਨੀ ਚਾਹੀਦੀ, ਉਹਦੇ ਨਾਲ ਫਰਕ ਥੋੜੀ ਪੈਣ ਲੱਗਾ ਗੱਲਾਂ ਨਾਲ। ਗੱਲ ਹੀ ਅਲ ਪਲਾਲੀਆਂ ਕੰਮ ਨਾ ਆਵੇਂ ਮਿੱਤ, ਜੋ ਊਲ ਜਲੂਲ ਗੱਲਾਂ ਨੇ, ਰੱਬੀ ਗੁਣਾਂ ਦੇ ਧਾਰਨ ਹੋਣ ਤੋਂ ਬਿਨਾਂ ਗੱਲਾਂ ਕੰਮ ਨਹੀਂ ਆਉਂਦੀਆਂ। ਮਹਿਲਾ ਪੰਜਵਾਂ। ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਵਿਸਮਾਦ। ਹੁਣ ਉਸ ਮਨੁੱਖ ਨੂੰ ਪਾਰ ਬ੍ਰਹਮ ਪ੍ਰਭੂ ਦ੍ਰਿਸ਼ਟੀ ਪੈ ਜਾਂਦਾ ਹੈ। ਪੂਰਨ ਦਾ ਮਤਲਬ ਹਰ ਥਾਂ ਤੇ, ਦ੍ਰਿਸ਼ਟੀ ਆਇਆ ਦਾ ਮਤਲਬ ਦਿਸ ਪੈਂਦਾ ਹੈ, ਅਗਮ ਦਾ ਮਤਲਬ ਅਪਹੁੰਚ, ਤੇ ਵਿਸਮਾਦ ਦਾ ਮਤਲਬ ਅਸ਼ਚਰਜ, ਵੰਡਰਫੁਲ, ਹੈਰਾਨ ਕਰ ਦੇਣ ਵਾਲਾ। ਉਸ ਮਨੁੱਖ ਨੂੰ ਅਪਹੁੰਚ, ਅਸ਼ਚਰਜ ਰੂਪ ਪ੍ਰਭੂ ਹਰ ਥਾਂ ਤੇ ਦਿਸ ਪੈਂਦਾ ਹੈ, ਹਰ ਥਾਂ ਤੇ, ਜਰਰੇ ਜਰਰੇ ਦੇ ਅੰਦਰ ਵਿਆਪਕ ਉਹਨੂੰ ਨਜ਼ਰੀ ਪੈ ਜਾਂਦਾ ਹੈ। ਕਿਹਨੂੰ? ਨਾਨਕ ਰਾਮ ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ। ਪੂਰੇ ਗੁਰ ਪ੍ਰਸਾਦ ਦਾ ਮਤਲਬ ਪੂਰੇ ਗੁਰੂ ਦੀ ਕਿਰਪਾ ਨਾਲ। ਰਾਮ ਨਾਮ ਧਨ ਕੀਤਾ ਦਾ ਮਤਲਬ ਜਿਨਨੇ ਪ੍ਰਭੂ ਦੇ ਗੁਣਾਂ ਦੇ ਧਨ ਨੂੰ ਆਪਣਾ ਬਣਾ ਲਿਆ, ਜਿਨਨੇ ਗੁਣਾਂ ਦਾ ਧਨ ਇਕੱਠਾ ਕੀਤਾ। ਪੂਰੇ ਗੁਰੂ ਦੀ ਕਿਰਪਾ ਨਾਲ ਜਿਸ ਨੇ ਰੱਬੀ ਗੁਣਾਂ ਨੂੰ ਅਪਣਾ ਲਿਆ, ਰੱਬੀ ਗੁਣਾਂ ਨੂੰ ਆਪਣੀ ਪੂੰਜੀ ਬਣਾ ਲਿਆ, ਧਨ ਬਣਾ ਲਿਆ, ਉਹਨੂੰ ਚਾਰ ਚੁਫੇਰੇ ਰੱਬ ਦਿਸ ਪੈਂਦਾ। ਇਸ ਕੱਲੇ ਸ਼ਲੋਕ ਤੇ ਹੀ ਜੇ ਲੋਕ ਅਮਲ ਕਰ ਲੈਣ ਤੇ ਰੱਬ ਨੂੰ ਚਾਰ ਚੁਫੇਰੇ ਦੇਖ ਲਓ। ਪਾਰ ਬ੍ਰਹਮ ਗਿਆਨੀ ਜੀ ਸੌਰੀ, ਆਪਣੇ ਆਪ ਨੂੰ ਅਨਮਿਊਟ ਕਰ ਲਓ। ਗਿਆਨੀ ਜੀ ਆਪਣੇ ਆਪ ਨੂੰ ਅਨਮਿਊਟ ਕਰ ਲਓ। ਗਿਆਨੀ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਗਿਆਨੀ ਜੀ ਆਪਣੇ ਆਪ ਨੂੰ ਅਨਮਿਊਟ ਕਰ ਲਓ। ਫੋਨ ਕਰਦੀ ਆ, ਇਹਨਾਂ ਨੂੰ ਸੁਣਿਆ ਨਹੀਂ। ਗਿਆਨੀ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਅਨਮਿਊਟ ਕਰ ਲਓ ਪਲੀਜ਼। ਮੈਂ ਫੋਨ ਕਰਦੀ ਆ ਉਹਨਾਂ ਨੂੰ। ਹਾਂਜੀ ਗਿਆਨੀ ਜੀ, ਜੇ ਤੁਹਾਨੂੰ ਆਵਾਜ਼ ਆ ਰਹੀ ਹੈ ਨਾ ਤਾਂ ਤੁਸੀਂ ਅਨਮਿਊਟ ਕਰ ਲਓ। ਹਾਂਜੀ ਠੀਕ ਹੈ। ਉਹ ਨਾ ਚੱਲੀ ਕੁਲਦੀਪ ਕੌਰ ਜੀ, ਖਸਮ ਲਬ ਮੂੰਹ ਵਿਗੁੱਤੇ। ਸੌਰੀ ਮੈਂ ਹੀ ਅਨਮਿਊਟ ਹੋ ਗਿਆ। ਤਾਂ ਨਾਨਕ ਰਾਮ ਨਾਮ ਤਨ ਕੀਤਾ ਪੂਰੇ ਗੁਰ ਪ੍ਰਸਾਦ, ਜਿਨ੍ਹਾਂ ਨੇ ਪੂਰੇ ਗੁਰੂ ਦੀ ਕਿਰਪਾ ਸਦਕਾ ਪ੍ਰਭੂ ਦੇ ਗੁਣਾਂ ਦੇ ਧਨ ਨੂੰ ਇਕੱਠਾ ਕੀਤਾ, ਉਹਨਾਂ ਨੂੰ ਚਾਰ ਚੁਫੇਰੇ ਪ੍ਰਭੂ ਨਜ਼ਰੀ ਪਏ। ਪੌੜੀ। ਤੋਹ ਨਾ ਚੱਲੀ ਖਸਮ ਨਾਲ ਲਬ ਮੋਹ ਵਿਗੁੱਤੇ। ਧੋ ਦਾ ਮਤਲਬ ਠੱਗੀ, ਧੋਖਾ। ਲੱਭ ਦਾ ਮਤਲਬ ਲੱਭ ਦੇ ਕਾਰਨ, ਮੋਹ ਦਾ ਮਤਲਬ ਮੂੰਹ ਵਿੱਚ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਦੇ ਨਾਲ ਧੋਖਾ ਕਾਮਯਾਬ ਨਹੀਂ ਹੁੰਦਾ। ਤੋਹ ਨਾ ਚੱਲੀ ਖਸਮ ਨਾਲ, ਰੱਬ ਦੇ ਨਾਲ ਜੇ ਤੁਸੀਂ ਧੋਖਾ ਕਰਨਾ ਚਾਹੋ ਤਾਂ ਨਹੀਂ ਕਰ ਪਾਓਗੇ। ਇਮੋਸ਼ਨਲ ਬਲੈਕਮੇਲ ਨਹੀਂ ਕਰ ਪਾਓਗੇ, ਧੋਖਾ ਨਹੀਂ ਦੇ ਸਕੋਗੇ।
ਲੱਭ ਮੋਹ ਵਿਗੁੱਤੇ ਜੋ ਚਸ਼ਮਾ ਪਾ ਮਨੁੱਖ ਕੇ। ਲੱਭ ਵਿੱਚ ਤੇ ਮੋਹ ਦੇ ਅੰਦਰ ਫਸੇ ਹੋਏ ਨੇ। ਵਿਗੁੱਤੇ ਦਾ ਮਤਲਬ ਖੁਆਰ ਹੁੰਦੇ ਨੇ। ਜਿਹੜੇ ਇਨਸਾਨ ਲੱਭ ਵਿੱਚ ਔਰ ਮੋਹ ਦੇ ਅੰਦਰ ਫਸੇ ਹੋਏ ਨੇ ਉਹ ਖੁਆਰ ਹੋਣਗੇ। ਉਹ ਰੱਬ ਨੂੰ ਧੋਖਾ ਨਹੀਂ ਦੇ ਸਕਦੇ। ਉਹ ਰੱਬ ਨੂੰ ਧੋਖਾ ਨਹੀਂ ਦੇ ਸਕਦੇ। ਰੀਜ਼ਨ ਕਿਉਂਕਿ ਰੱਬ ਨੂੰ ਧੋਖਾ ਦਿੱਤਾ ਹੀ ਨਹੀਂ ਜਾ ਸਕਦਾ ਨਾ। ਜੇ ਕੋਈ ਬੰਦਾ ਇਹ ਚਾਹੇ ਕਿ ਮੈਂ ਲੱਭ ਲੋਭ ਵਿੱਚ ਵੀ ਫਸਿਆ ਰਹਾ, ਮੈਂ ਝੂਠ ਫਰੇਬ ਵੀ ਕਰਦਾ ਰਹਾ ਔਰ ਮੈਂ ਸੁਖੀ ਵੀ ਹੋ ਜਾਵਾਂ, ਤਾਂ ਐਵੇਂ ਨਹੀਂ ਦਿੱਤਾ ਜਾ ਸਕਦਾ ਧੋਖਾ। ਰੱਬ ਨੂੰ ਨਹੀਂ ਦਿੱਤਾ ਜਾ ਸਕਦਾ। ਰੱਬ ਦੇ ਸਿਸਟਮ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਇਸ ਲਈ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਜੇ ਕੋਈ ਲੱਭ ਲੋਭ ਦੇ ਅੰਦਰ ਖਚਤ ਹੈ ਤਾਂ ਉਹਨੂੰ ਖੁਆਰ ਹੋਣਾ ਪਵੇਗਾ। ਕੋਈ ਉਹਨੂੰ ਬਚਾ ਨਹੀਂ ਸਕਦਾ, ਧੋਖਾ ਨਹੀਂ ਦੇ ਪਾਓਗੇ। ਜੇ ਕੋਈ ਬੰਦਾ ਇਹ ਕਹੇ ਕਿ ਮੈਂ ਝੂਠ ਵੀ ਬੋਲਾਂ, ਫਰੇਬ ਵੀ ਕਰਾਂ, ਨਸ਼ੇ ਵੀ ਵਰਤਾਂ, ਵਿਭਚਾਰ ਵੀ ਕਮਾਵਾਂ ਤੇ ਮੈਂ ਕਿਸੇ ਗੁਰਦੁਆਰੇ, ਮੰਦਿਰ, ਮਸਜਿਦ ਦੇ ਵਿੱਚ 11,000 ਪਾਉਂਡ ਦਾਨ ਦੇ ਆਵਾਂ ਤੇ ਮੈਂ ਸੁਖੀ ਹੋ ਜਾਵਾਂ, ਲੋਕਾਂ ਦੀਆਂ ਨਜ਼ਰਾਂ ਵਿੱਚ ਤੇ ਉਹ ਦਾਨੀ ਬਣ ਜਾਏਗਾ ਮਲਕ ਭਾਗੋ ਦੀ ਤਰ੍ਹਾਂ। ਪਰ ਗੁਰੂ ਨਾਨਕ ਦੇਵ ਨੂੰ ਕਿਵੇਂ ਧੋਖਾ ਦੇਵੇਗਾ? ਰੱਬ ਨੂੰ ਕਿਵੇਂ ਧੋਖਾ ਦੇਵੇਗਾ? ਸਿਸਟਮ ਨੂੰ ਕਿਵੇਂ ਧੋਖਾ ਦੇਵੇਗਾ? ਲੋਕਾਂ ਨੂੰ ਤੇ ਤੁਸੀਂ ਕਹਿ ਦਿਓਗੇ ਕਿ ਮੇਰੀ ਪੈਲੀ ਵਿੱਚ ਅੰਗੂਰ ਉੱਗਣਗੇ, ਮੈਂ ਅੰਗੂਰ ਬੀਜੇ ਨੇ, ਤੇ ਜੇ ਬੀਜੇ ਨੇ ਕਿੱਕਰਾਂ ਦੇ ਬੀਜ ਤਾਂ ਫਿਰ ਕਿੱਕਰ ਹੀ ਉੱਗਣਗੇ। ਪੈਲੀ ਨੂੰ ਧੋਖਾ ਕਿਵੇਂ ਦਓਗੇ? ਪੈਲੀ ਨੇ ਤੇ ਉਹੀ ਕੁਝ ਪੈਦਾ ਕਰਨਾ ਜੋ ਬੀਜਿਆ ਹੈ। ਇਸ ਲਈ ਰੱਬੀ ਸਿਸਟਮ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਜਿਹੜੇ ਇਨਸਾਨ ਲੱਭ ਲੋਭ ਵਿੱਚ ਫਸੇ ਨੇ ਉਹਨਾਂ ਨੂੰ ਖੁਆਰ ਪੈਣਾ ਹੋਣਾ ਪਵੇਗਾ। ਕਰਤਬ ਕਰਨ ਭਲੇਰਿਆ ਮਦ ਮਾਇਆ ਸੁੱਤੇ। ਮਦ ਮਾਇਆ ਸੁੱਤੇ ਦਾ ਮਤਲਬ ਮਾਇਆ ਦੇ ਨਸ਼ੇ ਵਿੱਚ ਜੋ ਸੁੱਤੇ ਨੇ। ਭਲੇਰਿਆ ਦਾ ਮਤਲਬ ਮਾੜੇ ਕਰਮ। ਮਾਇਆ ਦੇ ਨਸ਼ੇ ਵਿੱਚ ਸੁੱਤੇ ਹੋਏ ਬੰਦੇ ਮੰਦੀਆਂ ਕਰਤੂਤਾਂ ਕਰਦੇ ਨੇ, ਉਹ ਲੋਕ ਕਦੇ ਵੀ ਸੁਖੀ ਨਹੀਂ ਹੋ ਸਕਦੇ। ਫਿਰ ਜੂਨ ਭਵਾਈਨ ਜਮ ਮਾਰਗ ਮੁੱਤੇ। ਭਵਾਈਨ ਦਾ ਮਤਲਬ ਭਵਾਏ ਜਾਂਦੇ ਨੇ। ਫਿਰ ਦਾ ਮਤਲਬ ਫਿਰ ਕੇ। ਜੂਨ ਦਾ ਮਤਲਬ ਪਸ਼ੂ ਬਿਰਤੀਆਂ ਵਿੱਚ। ਜਮ ਮਾਰਗ ਦਾ ਮਤਲਬ ਜਮ ਦਾ ਰਾਸਤਾ। ਮੁੱਤੇ ਦਾ ਮਤਲਬ ਨਿਖਸਮੇ ਛੱਡ ਦਿੱਤੇ ਗਏ ਨੇ। ਐਸੇ ਜੋ ਲੋਕ ਨੇ ਮੁੜ ਕੇ ਪਸ਼ੂ ਬਿਰਤੀਆਂ ਦੇ ਵਿੱਚ ਪੁਆਏ ਜਾਂਦੇ ਨੇ ਔਰ ਉਹ ਜਮ ਦੇ ਮਾਰਗ ਤੇ ਯਾਨੀ ਆਤਮਿਕ ਮੌਤ ਦੇ ਰਾਹਾਂ ਤੇ ਤੁਰ ਰਹੇ ਕੱਲੇ ਛੱਡ ਦਿੱਤੇ ਜਾਂਦੇ ਨੇ, ਨਿਖਸਮੇ ਛੱਡ ਦਿੱਤੇ ਜਾਂਦੇ। ਜਮ ਦੇ ਮਾਰਗ ਤੇ, ਵਿਕਾਰਾਂ ਦੇ ਮਾਰਗ ਤੇ ਉਹ ਚੱਲ ਰਹੇ ਨੇ ਤੇ ਮੁੜ ਕੇ ਉਹ ਪਸ਼ੂ ਬਿਰਤੀਆਂ ਦੇ ਵਿੱਚ ਭਟਕਦੇ ਰਹਿੰਦੇ ਨੇ। ਕੀਤਾ ਪਾਇਨ ਆਪਣਾ ਦੁੱਖ ਸੇਤੀ ਜੁੱਤੇ। ਜੁੱਤੇ ਦਾ ਮਤਲਬ ਜੁੱਤੇ, ਜੁੱਟ ਕੀਤੇ ਗਏ। ਜਿਹੜੇ ਵੀਰ ਮੇਰੀ ਏਜ ਦੇ ਨੇ ਉਹਨਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਜਦੋਂ ਕਣਕ ਗਾਈ ਦੀ ਸੀ ਨਾ ਤੇ ਇੱਕ ਬੈਲ ਦੇ ਨਾਲ ਦੂਜਾ, ਦੂਜੇ ਬੈਲ ਨਾਲ ਤੀਜਾ ਜੁੱਟ ਕਰਕੇ ਤੇ ਉਹਨਾਂ ਨੂੰ ਘੁਮਾਈਦਾ ਸੀ। ਉਹਨੂੰ ਕਹਿਣਾ ਹੈ ਜੁੱਟ ਕਰਨਾ। ਦੁੱਖ ਸੇਤੀ ਜੁੱਤੇ ਦਾ ਮਤਲਬ ਜੁੱਟ ਕੀਤੇ ਗਏ, ਬੰਨੇ ਗਏ, ਜਿਹੜੇ ਦੁੱਖਾਂ ਨਾਲੋਂ ਦੂਰ ਨਹੀਂ ਜਾ ਸਕਦੇ। ਹੁਣ ਇੱਕ ਬੈਲ ਨੂੰ ਦੂਜੇ ਨਾਲ ਜੁੱਟ ਕਰ ਦਿੱਤਾ ਜਾਏ ਤੇ ਫਿਰ ਉਹ ਇੱਕ ਦੂਜੇ ਤੋਂ ਦੂਰ ਨਹੀਂ ਜਾ ਸਕਦੇ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੇ ਮੰਦੇ ਕਰਮ ਕਰਦੇ ਨੇ ਉਹ ਆਪਣੇ ਕੀਤੇ ਹੋਏ ਕੰਮਾਂ ਦਾ ਫਲ ਆਪ ਪਾਉਂਦੇ ਨੇ। ਦੁੱਖ ਸੇਤੀ ਜੁੱਤੇ ਦਾ ਮਤਲਬ ਉਹ ਦੁੱਖਾਂ ਦੇ ਨਾਲ ਜੁੱਟ ਕੀਤੇ ਹੋਏ ਨੇ, ਉਹਨਾਂ ਨੂੰ ਦੁੱਖਾਂ ਦੇ ਨਾਲ ਬੰਨ ਦਿੱਤਾ ਜਾਂਦਾ ਹੈ, ਉਹ ਦੁੱਖਾਂ ਦੇ ਨਾਲ ਵੱਜ ਗਏ ਹੁੰਦੇ ਨੇ ਕਿਉਂਕਿ ਮਾੜੇ ਕਰਮ ਔਰ ਦੁੱਖਾਂ ਦਾ ਸਾਥ ਹੈ। ਨਾਨਕ ਨਾਏ ਵਿਸਾਰਿਆ ਸਭ ਮੰਦੀ ਰੁੱਤੇ। ਨਾਏ ਵਿਸਾਰਿਆ ਦਾ ਮਤਲਬ ਜੇ ਰੱਬ ਦੇ ਹੁਕਮ ਨੂੰ ਭੁਲਾ ਦਿੱਤਾ ਜਾਏ, ਜੇ ਰੱਬੀ ਹੁਕਮ ਵਿੱਚ ਜ਼ਿੰਦਗੀ ਨਾ ਜੀਵੀ ਜਾਏ। ਸਭ ਮੰਦੀ ਰੁੱਤੇ, ਸਾਰੀਆਂ ਰੁੱਤਾਂ ਹੀ ਉਹਦੇ ਵਾਸਤੇ ਮੰਦੀਆਂ ਨੇ। ਅਸੀਂ ਕਹਿੰਦੇ ਨਾ ਗਰਮੀ ਬੜੀ ਭੈੜੀ ਹੈ, ਸਰਦੀ ਬੜੀ ਭੈੜੀ ਹੈ। ਕਿਸੇ ਨੂੰ ਸਰਦੀ ਨਹੀਂ ਪਸੰਦ, ਗਰਮੀ ਨਹੀਂ ਪਸੰਦ, ਬਸੰਤ ਬਹਾਰ ਪਸੰਦ ਹੁੰਦੀ ਹੈ, ਕਿਸੇ ਨੂੰ ਕੋਈ ਬਹਾਰ ਪਸੰਦ ਹੁੰਦੀ ਹੈ ਕਿ ਇਹ ਰੁੱਤ ਬੜੀ ਚੰਗੀ ਹੈ, ਇਹ ਰੁੱਤ ਮੰਦੀ ਹੈ। ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਰੱਬੀ ਹੁਕਮ ਨੂੰ ਵਿਸਾਰ ਦਿੱਤਾ ਹੈ ਉਹਦੇ ਵਾਸਤੇ ਸਾਰੀਆਂ ਰੁੱਤਾਂ ਹੀ ਮੰਦੀਆਂ ਨੇ। ਉਹਦੇ ਵਾਸਤੇ ਸਾਰੀਆਂ ਰੁੱਤਾਂ ਹੀ ਮੰਦੀਆਂ ਨੇ, ਭਾਵ ਕਿ ਉਹਦੇ ਵਾਸਤੇ ਹਰ ਸਮਾਂ ਹੀ ਦੁਖਦਾਈ ਹੈ। ਉਹਦੀ ਜ਼ਿੰਦਗੀ ਦੇ ਅੰਦਰ ਕਦੇ ਵੀ ਸੁੱਖ ਔਰ ਸ਼ਾਂਤੀ ਪੈਦਾ ਨਹੀਂ ਹੋ ਸਕਦੀ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀ